चर्चा। सत श्री अकाल दोस्तों, मैं दर्शन सिंह दर्शक चर्चा प्रोग्राम लेके हाजिर हाँ। चिट्टा पंजाब दे लई एक बहुत गंभीर समस्या भी है ते चुनौती भी है। इस चिट्टे ने दहाकियां तो घरां दे घर बर्बाद करके रख दिते ने, पंजाब दी नौजवानी बर्बाद कर दी है ते इस दे नाल कतल भी हो रहे ने, माँ प्यो भी कतल हो रहे ने, पुत भी कतल हो रहे ने, होर जो भी माड़ियां घटनावां ने ਇਹ ਚਿੱਟੇ ਨਾਲ ਜੁੜੀਆਂ ਹੋਈਆਂ ਨੇ। ਇਹ ਸਮੱਸਿਆ ਜਿਵੇਂ ਆਪਾਂ ਕਿਹਾ ਕਿ ਗੰਭੀਰ ਤਾਂ ਹੈ, ਪਰ ਸਾਡੀਆਂ ਸਰਕਾਰਾਂ ਗੰਭੀਰ ਨਹੀਂ ਰਹੀਆਂ। ਇਸ ਦੇ ਉੱਤੇ ਅਕਸਰ ਹੀ ਸਿਆਸਤ ਚੱਲਦੀ ਦਿਖੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇਹ ਜੋ ਚਿੱਟਾ ਅਕਾਲੀਆਂ ਦੀ ਸਰਕਾਰ ਦੇ ਦੌਰਾਨ ਫੈਲਿਆ, ਪਰ ਜੇਕਰ ਅਸੀਂ ਸੱਤਾ ਦੇ ਵਿੱਚ ਆਏ ਤਾਂ 4 ਹਫ਼ਤਿਆਂ ਦੇ ਵਿੱਚ ਇਸ ਚਿੱਟੇ ਨੂੰ ਖਤਮ ਕਰ ਦੇਵਾਂਗੇ, ਪਰ ਹੋਇਆ ਨਹੀਂ। ਉਸੇ ਤਰੀਕੇ ਨਾਲ ਨੌਜਵਾਨ ਮਰਦੇ ਰਹੇ, ਸਰਿੰਜਾਂ ਉਹਨਾਂ ਦੀਆਂ ਨਾੜਾਂ ਵਿੱਚ ਲੱਗੀਆਂ ਰਹੀਆਂ ਤੇ ਤਸਕਰ ਉਸੇ ਤਰੀਕੇ ਨਾਲ ਦਮ ਦਨਾਉਂਦੇ ਰਹੇ। ਆਮ ਆਦਮੀ ਪਾਰਟੀ ਨੇ ਵੀ ਵਾਅਦਾ ਕੀਤਾ ਕਿ ਅਸੀਂ ਜੇਕਰ ਸੱਤਾ 'ਚ ਆਏ ਤਾਂ ਇਸ ਚਿੱਟੇ ਨੂੰ ਖਤਮ ਕਰ ਦੇਵਾਂਗੇ। 1.5 ਸਾਲ ਹੋ ਗਿਆ, ਉਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ, ਹਾਲੇ ਤੱਕ ਇਹ ਚਿੱਟਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਨੌਜਵਾਨ ਉਸੇ ਤਰੀਕੇ ਨਾਲ ਮਰ ਰਹੇ ਨੇ। ਰੋਜ਼ ਤੁਸੀਂ ਦੇਖਦੇ ਹੋ ਕਿ ਕਦੇ ਕਿਤੇ ਮਰਿਆ ਹੋਇਆ, ਕਦੇ ਕਿਤੇ ਮਰਿਆ ਹੋਇਆ। ਕਈ ਪਰਿਵਾਰਾਂ ਦੇ ਤਾਂ 4-4 ਪੁੱਤ ਮਰ ਗਏ ਨੇ ਤੇ ਇਸ ਦੇ ਨਾਲ ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ 15 ਅਗਸਤ ਦੇ ਮੌਕੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਆਉਂਦੀ ਆਜ਼ਾਦੀ ਦੇ ਮੌਕੇ ਪੰਜਾਬ ਦੇ ਲੋਕਾਂ ਨੂੰ ਇਸ ਚਿੱਟੇ ਤੋਂ ਆਜ਼ਾਦੀ ਮਿਲ ਜਾਊਗੀ। ਇਹ ਇੱਕ ਸਿਆਸੀ ਬਿਆਨ ਹੈ ਜਾਂ ਹਕੀਕਤ ਵਿੱਚ ਕੁਝ ਹੋਏਗਾ, ਇਸ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਚਰਚਾ ਕਰਨ ਦੇ ਲਈ ਸਾਡੇ ਵਿੱਚ ਮੌਜੂਦ ਨੇ ਸਿੱਖ ਚਿੰਤਕ, ਨਿਰਪੱਖ ਟਿੱਪਣੀਕਾਰ ਉਪਜੀਤ ਸਿੰਘ ਬਰਾੜ। ਇਸ ਦੇ ਨਾਲ ਆਮ ਆਦਮੀ ਪਾਰਟੀ ਦੀ ਪ੍ਰਤੀਨਿਧਤਾ ਕਰ ਰਹੇ ਨੇ ਬੱਬੀ ਬਾਦਲ ਜੀ, ਭਾਰਤੀ ਜਨਤਾ ਪਾਰਟੀ ਤੋਂ ਅਮਨਜੋਤ ਕੌਰ ਰਾਮੂਵਾਲੀਆ ਜੀ, ਕਾਂਗਰਸ ਤੋਂ ਵਿਨੋਦ ਭਾਰਤੀ ਜੀ, ਇਸੇ ਤਰੀਕੇ ਦੇ ਨਾਲ ਅਕਾਲੀ ਦਲ ਤੋਂ ਜਸਵਿੰਦਰ ਕੌਰ ਸੋਹਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਐਡਵੋਕੇਟ ਉਪਜੀਤ ਸਿੰਘ ਬਰਾੜ ਕੋਲ ਜਾਂਦੇ ਹਾਂ। ਬਰਾੜ ਸਾਹਿਬ, ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵਾਅਦਾ ਕੀਤਾ ਹੈ ਜਾਂ ਦਾਅਵਾ ਕੀਤਾ ਹੈ, ਉੱਥੋਂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਸ ਚਿੱਟੇ ਤੋਂ ਆਜ਼ਾਦੀ ਮਿਲ ਜਾਊਗੀ, ਨਿਜਾਤ ਮਿਲ ਜਾਊਗੀ? ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ ਦੇ ਵਿੱਚ ਨਹੀਂ ਵੜਿਆ ਸੀਗਾ, ਉਸ ਖਿੱਤੇ ਦੇ ਵਿੱਚ ਜਦੋਂ ਅਜਿਹਾ ਭਿਆਨਕ ਨਸ਼ੇ ਦਾ ਦੌਰ ਚੱਲ ਰਿਹਾ ਹੈ ਤੇ ਨਿੱਤ ਨੌਜਵਾਨ ਖਤਮ ਹੋ ਰਹੇ ਹਨ ਤੇ ਇੱਥੇ ਤੱਕ ਕਿ ਜਿਹੜੇ ਇੱਕ ਤਾਂ ਮਾਤਾ ਐਸੀ ਆ ਫਿਰੋਜ਼ਪੁਰ ਦੀ ਤਾਜ ਕੌਰ, ਜਿਹਦੇ 4 ਪੁੱਤ 10 ਮਹੀਨਿਆਂ ਦੇ ਵਿੱਚ ਖਤਮ ਹੋ ਗਏ, ਤੇ ਸਮਾਣੇ ਦੇ ਵਿੱਚ ਜਿੱਥੇ ਇੱਕ ਨਸ਼ੇੜੀ ਨੇ ਆਪਣੀ ਮਾਂ ਤੇ ਪੁੱਤ ਦਾ ਕਤਲ ਕਰਤਾ, ਤੇ ਰਾਜਪੁਰੇ 'ਚ ਕੱਲ ਪਰਸੋਂ ਹੀ ਨਸ਼ੇੜੀਆਂ ਨੇ ਇੱਕ ਕਮਿਸ਼ਨਰ ਦਾ ਕਤਲ ਕਰਤਾ। ਅਜਿਹੀਆਂ ਵਾਰਦਾਤਾਂ ਤੁਹਾਨੂੰ ਨਿੱਤ ਸੁਣਨ ਨੂੰ ਮਿਲ ਰਹੀਆਂ ਤੇ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿੱਥੇ ਇਹ ਨਸ਼ੇ ਦਾ ਸਵਾਲ ਆ ਜਿਹੜਾ ਪੰਜਾਬ ਦੀ ਧਰਤੀ ਤੇ ਫੈਲਿਆ, ਖਾਸ ਤੌਰ ਤੇ ਭਾਵੇਂ ਇੱਥੇ ਪਹਿਲਾਂ ਵੀ ਨਸ਼ਾ ਜਿਹੜਾ ਫੀਮ, ਭੁੱਕੀ ਵਗੈਰਾ ਰਵਾਇਤੀ ਨਸ਼ੇ ਸੀਗੇ, ਪਰ ਆਹ ਜਿਹੜੇ ਨਸ਼ੇ ਆ, ਜਿਹੜਾ ਚਿੱਟੇ ਵਾਲਾ, ਹੈਰੋਇਨ ਵਾਲਾ, ਇਹਨੇ ਤਾਂ ਹੱਦ ਕਰਤੀ। ਔਰ ਇਹਦੇ ਬਾਰੇ ਦਾਅਵਾ ਕੀਤਾ ਜਾਂਦਾ ਹੈ, ਹਮੇਸ਼ਾ ਇਹ ਕਹਿੰਦੇ ਆ ਵੀ ਬਾਰਡਰ ਪਾਰ ਤੋਂ ਆ ਰਿਹਾ ਹੈ, ਇੱਥੋਂ ਆ ਰਿਹਾ, ਉੱਥੋਂ ਆ ਰਿਹਾ। ਬਾਰਡਰ ਤਾਂ ਰਾਜਸਥਾਨ ਦਾ ਵੀ ਲੱਗਦਾ ਹੈ, ਬਾਰਡਰ ਗੁਜਰਾਤ ਦਾ ਵੀ ਲੱਗਦਾ ਹੈ, ਬਾਰਡਰ ਕਸ਼ਮੀਰ ਦਾ ਵੀ ਲੱਗਦਾ ਹੈ, ਸਾਰੇ ਬਾਰਡਰ ਲੱਗਦੇ ਆ, ਪਰ ਪੰਜਾਬ ਦੇ ਵਿੱਚ ਹੀ ਮੌਤਾਂ ਹੋ ਰਹੀਆਂ। ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਇਹ ਜਿਹੜਾ ਇੱਕ ਗੱਲ ਬਿਲਕੁਲ ਕਲੀਅਰ ਹੈ, 1996 ਤੱਕ ਪੰਜਾਬ ਦੀ ਧਰਤੀ ਤੇ ਕੋਈ ਨਸ਼ਾ ਨਹੀਂ ਸੀਗਾ। 1996 ਤੋਂ ਬਾਅਦ ਉਹ ਕਿਹੜੇ ਕਾਰਨਾਂ ਵੀ ਇੱਥੇ ਇੱਕ ਲਖਤ ਨਸ਼ੇ ਦਾ ਜਿਹੜਾ ਸਿਸਟਮ ਆ ਵਧਣ ਲੱਗਿਆ। ਭਾਵੇਂ ਇਹਦੀ ਰਫ਼ਤਾਰ ਪਹਿਲਾਂ ਘਟੀ, ਹੌਲੀ ਹੌਲੀ ਹਰੇਕ ਸਰਕਾਰ ਦੇ ਵਿੱਚ ਵਧਿਆ। ਜਿਹੜੀ ਮਰਜ਼ੀ ਸਰਕਾਰ ਹੋਵੇ, ਚਾਹੇ ਅਕਾਲੀ ਸਰਕਾਰ ਸੀਗੀ, ਚਾਹੇ ਕਾਂਗਰਸ ਸਰਕਾਰ ਸੀਗੀ, ਚਾਹੇ ਹੋਣ ਵਾਲੀ ਸਰਕਾਰ ਆ, ਲਗਾਤਾਰ ਵਾਧਾ ਹੋ ਰਿਹਾ ਹੈ। ਜੇ ਅਸੀਂ ਕਹੀਏ ਵੀ ਇਹ ਜਿਹੜਾ ਅੱਜ ਕੱਲ ਸਾਲ 1.5 ਸਾਲ ਦਾ ਨਹੀਂ, ਇਹ ਬਹੁਤ ਪੁਰਾਣਾ ਸਮਾਂ, ਬੜੇ ਸਿਸਟਮ ਦੇ ਨਾਲ, ਬੜੀ ਪਲੈਨਿੰਗ ਦੇ ਨਾਲ ਪੰਜਾਬ ਦੇ ਜਿਹੜੇ ਨੌਜਵਾਨਾਂ ਦਾ ਇੱਕ ਹੋਆ ਵੀ ਇਹ ਝਾੜੂਆਂ ਤੇ ਹਰੇਕ ਥਾਂ ਤੇ ਇਹ ਟਕਰਾਉਣ ਦੀ ਸਮਰੱਥਾ ਰੱਖਦੇ ਆ।
ਉਹਨਾਂ ਦਾ ਕਈ ਵਾਰ ਤਾਂ ਇਹ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਜੁਝਾਰਤ ਹੈ, ਉਹਨਾਂ ਦੀ ਜਿਹੜੀ ਦਲੇਰੀ ਆ, ਉਹਨਾਂ ਨੂੰ ਇਹ ਖਤਮ ਕਰਨ ਦੇ ਲਈ ਇੱਕ ਬਹੁਤ ਭਿਆਨਕ ਸਾਜ਼ਿਸ਼ ਆ। ਕਿਉਂਕਿ ਇੱਥੇ NIA ਵੀ ਹੈ, ਇੱਥੇ IB ਆ, ਇੱਥੇ ਰਾਹ ਵੀ ਆ, ਇੱਥੇ ਪੰਜਾਬ ਪੁਲਿਸ ਵੀ ਆ, BSF ਵੀ ਲੱਗੀ ਵੀ ਆ ਬਾਰਡਰਾਂ ਤੇ, CRPF ਵੀ ਆ, ਇੰਡੋ ਤਿਬਤਨ ਬਾਰਡਰ ਵੀ ਆ, ਸਾਰੀਆਂ ਇੰਟੈਲੀਜੈਂਸ ਏਜੰਸੀਆਂ ਤੇ ਜਿਹੜੀਆਂ ਉਹ ਏਜੰਸੀਆਂ ਜਿਹੜੀਆਂ ਬਾਹਰੋਂ ਵੀ ਬੜੇ ਬੜੇ ਖਤਰਨਾਕ ਕਿਸਮ ਦੇ ਖਾੜਕੂਆਂ ਨੂੰ ਫੜ ਕੇ ਇੱਥੇ ਲੈ ਕੇ ਆਉਂਦੀਆਂ, ਕਲਕੱਤੇ ਤੋਂ ਫੜ ਲੈਂਦੀਆਂ, ਬਿਹਾਰ ਤੋਂ ਫੜ ਲੈਂਦੀਆਂ। ਪਰ ਕੀ ਕਾਰਨ ਆ ਵੀ ਪੰਜਾਬ ਦੇ ਵਿੱਚ ਨਸ਼ਾ ਤਸਕਰ ਇਹਨਾਂ ਤੋਂ ਕਾਬੂ ਨਹੀਂ ਆ ਰਹੇ, ਤੇ ਨਸ਼ਾ ਤਸਕਰ ਹਮੇਸ਼ਾ ਹੀ ਸਕੀਮ ਦੇ ਨਾਲ ਨਿਕਲ ਜਾਂਦੇ ਆ, ਤੇ ਜਿਹੜੇ ਲੋਕ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਆ ਉਹ ਅੰਦਰ ਹੋ ਜਾਂਦੇ ਆ। ਇਹ ਵਾਕਈ ਨਮੋਸ਼ੀ ਦੀ ਗੱਲ ਆ। ਮੈਨੂੰ ਤਾਂ ਇੱਕ ਰਣਜੀਤ ਬਾਵੇ ਦਾ ਇੱਕ ਬਹੁਤ ਵਧੀਆ ਉਹਨੇ ਇੱਕ ਗੀਤ ਗਾਇਆ ਸੀਗਾ ਬਹੁਤ ਪੁਰਾਣੇ ਸਮੇਂ ਦੇ ਵਿੱਚ, ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ, ਤਾਂ ਹੀ ਤਾਂ ਸ਼ਰੇਆਮ ਵਿਕਦਾ। ਇਹ ਗੱਲ ਕਿਤੇ ਸੱਚ ਨਾ ਹੋ ਜਾਵੇ। ਮੈਨੂੰ ਬੜੀ ਗੱਲ ਚੰਗੀ ਗੱਲ ਆ ਜਿਵੇਂ ਭਗਵੰਤ ਸਿੰਘ ਮਾਨ ਨੇ ਹਿੱਕ ਥਾਪੜ ਕੇ ਕਿਹਾ ਕੱਲ 15 ਅਗਸਤ ਵਾਲੇ ਦਿਨ ਵੀ ਮੈਂ 15 ਅਗਸਤ ਜਾਂ 26 ਜਨਵਰੀ ਤੋਂ ਪਹਿਲਾਂ ਇਹ ਨਸ਼ਾ ਖਤਮ ਕਰ ਦੂੰਗਾ। ਇਹ ਨਸ਼ਾ ਜੇ ਖਤਮ ਕਰ ਦਿੰਨੇ ਆ ਤਾਂ ਵਾਕਈ ਕ੍ਰੈਡਿਟ ਵਾਲਾ ਗੱਲ ਹੋਊਗਾ, ਨਹੀਂ ਇਹ ਲੱਗੂਗਾ ਵੀ ਇਹ ਵੀ ਇੱਕ ਸਿਆਸੀ ਬਿਆਨ ਆ। ਕਿਉਂਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਵੀ ਕਹਿ ਚੁੱਕੇ ਸੀਗੇ ਵੀ 3 ਮਹੀਨੇ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰਗਾ, ਪਰ ਨਹੀਂ ਹੋਇਆ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਦੰਦਮਾ ਸਾਹਿਬ ਦੀ ਧਰਤੀ ਤੇ ਗੁਟਕੇ ਤੇ ਸਹੁੰ ਚੱਕ ਕੇ ਕਹਿ ਗਏ ਸੀਗੇ ਮੈਂ ਨਸ਼ਾ ਖਤਮ ਕਰ ਦੂੰਗਾ, ਪਰ ਨਸ਼ਾ ਖਤਮ ਨਹੀਂ ਹੋਇਆ। ਇਹ ਗੱਲ ਵੱਖਰੀ ਆ ਵੀ ਜਿਹੜੇ ਨਸ਼ਾ ਕਰਨ ਵਾਲੇ ਸੀਗੇ ਉਹਨਾਂ ਨਾਲ ਜੇਲਾਂ ਭਰਤੀਆਂ, ਪਰ ਨਸ਼ਿਆਂ ਦੇ ਸੌਦਾਗਰ ਉਦਾਂ ਹੀ ਫਿਰੀ ਗਏ। ਇਹ ਕਾਰਨ ਬੜਾ ਗੰਭੀਰ ਆ। ਤੇ ਜੇਕਰ ਦੂਜੇ ਪਾਸੇ ਜਿਹੜੀਆਂ ਅਦਾਲਤਾਂ ਵੀ ਇਹਦੇ ਬਾਰੇ ਗੰਭੀਰ ਹੋਈਆਂ, ਅਦਾਲਤਾਂ ਵਿੱਚ ਰਿਪੋਰਟਾਂ ਆਈਆਂ, ਸਿਧਾਰਥ ਸ਼ੰਕਰ ਚਟੋਪਾਧਿਆਏ ਨੇ ਦੀ ਜਿਹੜੀ ਸਿੱਟ ਨੇ ਜਾਂਚ ਕੀਤੀ, ਉਹਦੀ ਰਿਪੋਰਟ ਖੋਲੀ ਗਈ। ਪਹਿਲੀ ਰਿਪੋਰਟ ਦੇ ਵਿੱਚ ਇੱਕ ਪੁਲਿਸ ਅਫਸਰ ਦਾ ਨਾਮ ਆਇਆ, ਉਸ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ, ਜਿਹਨੂੰ ਭਗਵੰਤ ਸਿੰਘ ਮਾਨ ਹੋਣਾ ਨੇ ਡਿਸਮਿਸ ਕਰਤਾ, ਪਰ ਅਜੇ ਤੱਕ ਅਰੈਸਟ ਨਹੀਂ ਹੋਇਆ। ਉਹਦੇ 'ਚ 2 PPS ਤੇ 1 IPS ਦਾ ਵੀ ਨਾਮ ਆ। ਤੇ ਜਦੋਂ ਤੱਕ ਜਿਹੜੇ ਪੰਜਾਬ ਪੁਲਿਸ ਤੇ ਨਸ਼ਾ ਸੌਦਾਗਰਾਂ ਦੀ ਜਿਹੜੀ ਮਿਲੀ ਭੁਗਤ ਨੂੰ ਖਤਮ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਨਸ਼ੇ ਨੂੰ ਕਾਬੂ ਕਰਨਾ ਬੜਾ ਔਖਾ ਹੈ। ਤੇ ਮੈਂ ਸਵਾਗਤ ਕਰਦਾ ਭਗਵੰਤ ਸਿੰਘ ਮਾਨ ਨੇ ਇਹ ਗੱਲ ਸਿਰੇ ਲਾ ਦੇ। ਠੀਕ ਹੈ ਬੱਬੀ ਬਾਦਲ ਜੀ, ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇੱਕ ਵਾਰੀ ਫੇਰ ਇਹ ਵਾਅਦਾ ਕੀਤਾ ਹੈ ਕਿ ਅਸੀਂ ਚਿੱਟੇ ਤੋਂ ਨਿਜਾਤ ਦਿਵਾਵਾਂਗੇ। ਸਰਕਾਰ ਕੋਲ ਕੀ ਇਹੋ ਜਿਹਾ ਪਲਾਨ ਹੈ, ਕੀ ਤੁਹਾਡੇ ਕੋਲ ਰੋਡ ਮੈਪ ਹੈ ਕਿ ਹੁਣ ਬੜੇ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਇਸ ਤੋਂ ਨਿਜਾਤ ਦਿਵਾਵਾਂਗੇ ਤੇ ਲੋਕ ਜਿਹੜੇ ਹੈਗਾ ਸ਼ਾਂਤੀ ਨਾਲ ਬੈਠਣਗੇ, ਉਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੋਊਗੀ ਕਿ ਸਾਡੇ ਬੱਚੇ ਇਸ ਚਿੱਟੇ ਵੱਲ ਜਾਣਗੇ। ਧੰਨਵਾਦ ਦਰਸ਼ਕ ਜੀ। ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਹ ਗੱਲ ਨਹੀਂ ਕਿ ਜਦੋਂ ਕਿਸੇ ਮਾਂ ਦਾ ਨੌਜਵਾਨ ਪੁੱਤ ਮਰਦਾ ਹੈ ਜਾਂ ਕਿਸੇ ਬਾਪ ਨੂੰ ਆਪਣੇ ਨੌਜਵਾਨ ਬੇਟੇ ਦੀ ਅਰਥੀ ਚੱਕਣੀ ਪੈਂਦੀ ਹੈ ਤਾਂ ਸਾਡੇ ਕਾਲਜੇ ਚੋਂ ਵੀ ਚੀਸ ਨਿਕਲ ਜਾਂਦੀ ਹੈ। ਇਹ ਗੱਲ ਨਹੀਂਗੀ ਕਿ ਕੋਈ ਮੈਂ ਇਸ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਾਂ। ਮੇਰਾ ਆਪਣਾ ਜਿਹੜਾ ਅਸੀਂ ਆਪਣੇ ਦੇਖਿਆ ਹੈ, ਜੋ ਪੰਜਾਬ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਰਹਿੰਦੇ ਹਾਂ, ਦੇਖੋ ਮੈਂ ਤੁਹਾਨੂੰ ਇਹ ਦੱਸੂਗਾ ਕਿ ਸਾਡੀ ਸਰਕਾਰ ਔਰ ਪਿਛਲੀਆਂ ਸਰਕਾਰਾਂ ਵਿੱਚ ਕੀ ਫਰਕ ਹੈ ਔਰ ਕੀ ਅਸੀਂ ਠੋਸ ਕਦਮ ਚੱਕ ਰਹੇ ਹਾਂ। ਸਭ ਤੋਂ ਪਹਿਲਾਂ ਚਿੱਟੇ ਦੀ ਆਮਦ ਕਦੋਂ ਹੋਈ? ਚਿੱਟੇ ਨੂੰ ਜਿਵੇਂ ਆਪਾਂ ਕਹਿੰਦੇ ਆ ਨਾ, ਖੇਤ ਦੀ ਵਾੜ ਜਦੋਂ ਖੇਤ ਨੂੰ ਖਾਣ ਲੱਗ ਜੇ, ਕਿਤੇ ਨਾ ਕਿਤੇ ਸਿਆਸੀ ਔਰ ਤਾਕਤਵਰ ਲੋਕਾਂ ਦੇ ਸੰਰਕਸ਼ਣ ਵਿੱਚ ਚਿੱਟੇ ਨੇ ਪੰਜਾਬ ਨੂੰ ਘਰ ਬਣਾ ਲਿਆ। ਉਸ ਤੋਂ ਬਾਅਦ ਹੁਣ ਮੈਂ ਇਹ ਦੱਸਦਾ ਕਿ ਸਾਡੀ ਸਰਕਾਰ ਦੀਆਂ, ਮੁੱਖ ਮੰਤਰੀ ਦੀਆਂ ਕਲੀਅਰ ਇੰਸਟਰਕਸ਼ਨ ਹੈ ਦਰਸ਼ਕ ਜੀ ਕਿ ਤੁਸੀਂ ਚਿੱਟੇ ਦੇ ਸੰਬੰਧ ਵਿੱਚ ਇਹ ਤਾਂ ਛੱਡ ਹੀ ਦਿਓ ਕਿ ਕੋਈ ਸਾਡਾ ਮੁੱਖ ਮੰਤਰੀ ਦਾ ਰਿਸ਼ਤੇਦਾਰ ਜਾਂ ਕੋਈ ਸਾਡਾ ਮੰਤਰੀ ਜੇ ਕੋਈ ਇੱਕ ਤਿਨਕਾ ਵੀ ਜੇ ਕਿਸੇ ਦੇ ਨਾਲ ਉਹਦਾ ਕੋਈ ਸਬੂਤ ਹੋਵੇ ਜਾਂ ਕੋਈ ਮਤਲਬ ਕਿਸੇ ਦੇ ਨਾਲ ਜੁੜਦਾ ਹੋਵੇ ਕੋਈ ਕੰਨ, ਤਾਂ ਅਸੀਂ ਤਾਂ ਉਹਨੂੰ ਘਰ ਨਹੀਂ ਘੱਲਾਂਗੇ, ਅਸੀਂ ਉਹਨੂੰ ਜੇਲ੍ਹ 'ਚ ਪਾਵਾਂਗੇ। ਜਿਵੇਂ ਅਸੀਂ ਪਹਿਲਾਂ ਵੀ ਭ੍ਰਿਸ਼ਟਾਚਾਰ 'ਚ ਕਈ ਸਾਡੇ ਆਪਣੇ ਬੰਦਿਆਂ ਤੇ ਕਾਰਵਾਈ ਕੀਤੀ ਹੈ। ਸਾਡੇ ਵੱਲੋਂ ਸਰਕਾਰੀ ਸੰਰਕਸ਼ਣ ਨਹੀਂ ਪ੍ਰਾਪਤ ਉਹਨਾਂ ਸਮਗਲਰਾਂ ਨੂੰ, ਉਹਨਾਂ ਵੇਚਣ ਵਾਲਿਆਂ ਨੂੰ। ਤੇ ਜਿਹੜੇ ਇੱਕ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਰਹੀ ਹੈ, ਕੋਈ ਸਾਡੇ SSP ਤੇ ਪ੍ਰੈਸ਼ਰ ਨਹੀਂ ਕਿਸੇ ਦਾ, ਕੋਈ ਸਾਡੇ ਸ਼ਾਹੀ ਤੇ ਪ੍ਰੈਸ਼ਰ ਨਹੀਂ ਕਿਸੇ ਨੂੰ ਛੱਡੋ। ਸਾਡੇ ਤਾਂ ਡਰ ਵੀ ਜੇ ਕੋਈ ਟੈਲੀਫੋਨ ਵੀ ਕਰਤਾ ਕਿਸੇ ਨੇ ਕਿ ਜੇ ਕਿਸੇ ਨੂੰ ਬਚਾਉਣ ਵਾਸਤੇ, ਭਾਵੇਂ ਕੋਈ ਛੀ ਹੋਵੇ ਕੋਈ ਵੱਡੀ ਮੱਛੀ ਹੋਵੇ, ਮੁੱਖ ਮੰਤਰੀ ਜੀ ਨੇ ਸਾਫ਼ ਕਿਹਾ ਹੈ ਕਿ ਜਿਹੜਾ ਡੱਬਾ, ਔਰ ਉਹਨਾਂ ਦਾ ਸੰਕੇਤ ਸਾਫ਼ ਸੀ
ਵੀ ਜਿਹੜਾ ਡੱਬਾ ਮਾੜਾ ਹੋਇਆ ਸਟੇਸ਼ਨ ਅਸੀਂ ਇੰਜਨ ਉਸ ਡੱਬੇ ਨੂੰ ਪਾਸੇ ਕਰ ਦੂਗਾ। ਹੁਣ ਤੁਸੀਂ ਮੈਂ ਸੁਹਿਰਦ ਕਾਰਵਾਈ ਬਾਰੇ ਦੱਸਾਂ ਕਿ 1879 ਸਮਗਲਰ ਅਸੀਂ ਫੜੇ, ਜਿਨ੍ਹਾਂ ਚੋਂ 2643 ਵੱਡੀਆਂ ਮੱਛੀਆਂ, ਜਿਹਨੂੰ ਆਪਾਂ ਵੱਡੀ ਮੱਛੀ ਛੋਟੀ ਮੱਛੀ ਕਹਿੰਦੇ, ਜਿਹਦੇ ਤੋਂ ਜ਼ਿਆਦਾ ਕੁਆਂਟੀਟੀ ਬਰਾਮਦ ਹੋਵੇ। ਦਰਸ਼ਕ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ 1407 ਕਿਲੋ ਹੈਰੋਇਨ ਯਾਨੀ ਚਿੱਟਾ ਬਰਾਮਦ ਹੋਇਆ। ਐਡੀ ਰਿਕਵਰੀ ਕਦੇ ਪੰਜਾਬ ਦੇ ਇਤਿਹਾਸ 'ਚ ਪਹਿਲਾਂ ਨਹੀਂ ਹੋਈ, ਔਰ ਇਹ ਗੁਜਰਾਤ ਤੇ ਮਹਾਰਾਸ਼ਟਰ ਦੇ ਪੋਰਟਾਂ ਤੋਂ ਆ ਰਿਹਾ ਸੀ, ਜਿੱਥੋਂ ਕਿਸੇ ਨੇ ਨਹੀਂ ਰੋਕਿਆ। ਗੁਜਰਾਤ ਦੀ ਪੁਲਿਸ ਨੇ ਨਹੀਂ ਰੋਕਿਆ, ਰਸਤੇ ਵਿੱਚ ਨਹੀਂ ਕਿਸੇ ਨੇ ਰੋਕਿਆ, ਪੰਜਾਬ ਵਿੱਚ ਅਸੀਂ ਫੜਿਆ। ਉਸ ਤੋਂ ਬਾਅਦ 837 ਕਿਲੋ ਅਫੀਮ, 951 ਕਿਲੋ ਗਾਂਜਾ, 404 ਕੁਆਂਟਲ ਭੁੱਕੀ। ਇਹ ਆંકੜੇ ਤੁਸੀਂ ਫੇਰ ਦੁਬਾਰਾ ਵੀ ਦੇ ਸਕਦੇ ਹੋ। ਇਸ ਸਮੇਂ ਹੁਣ ਬ੍ਰੇਕ ਦਾ ਸਮਾਂ ਹੋ ਰਿਹਾ, ਲੈਣੇ ਆ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਬੱਬੀ ਬਾਦਲ ਜੀ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਦੀ ਜਾਂ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿੱਥੇ ਕਿਤੇ ਸਾਡੀ ਵੀ ਕੋਈ ਕਾਲੀ ਭੇਡ ਨਜ਼ਰ ਆਉਂਦੀ ਹੈ ਉਸ ਨੂੰ ਅਸੀਂ ਬਿਲਕੁਲ ਬਖਸ਼ਾਂਗੇ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਅੰਕੜੇ ਵੀ ਦੱਸੇ ਹੈ ਕਿ ਅਸੀਂ ਵੱਡੀ ਪੱਧਰ ਦੇ ਉੱਤੇ ਵੱਡੇ ਤਸਕਰ ਵੀ ਫੜੇ ਨੇ, ਛੋਟੇ ਵੀ ਫੜੇ ਨੇ। ਪਰ ਬੱਬੀ ਬਾਦਲ ਜੀ ਇਹੀ ਜੀ ਕਿੱਥੇ ਅਸਫਲਤਾ ਹੋ ਰਹੀ ਹੈ? ਲਗਾਤਾਰ ਜਿਹੜੇ ਹੈਗੇ ਆ ਤੁਸੀਂ ਵੱਡੇ ਵੱਡੇ ਤਸਕਰ ਫੜੇ ਵੀ ਨੇ ਤੇ ਪਿੰਡਾਂ ਦੇ ਵਿੱਚ ਇਸ ਸਮੇਂ ਕਮੇਟੀਆਂ ਵੀ ਬਣ ਰਹੀਆਂ ਨੇ, ਨੌਜਵਾਨਾਂ ਨੂੰ ਰੋਕਦੇ ਵੀ ਨੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਤਸਕਰ ਉਹਨਾਂ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ। ਫਿਰ ਕਿੱਥੇ ਕਮੀ ਕਿੱਥੇ ਰਹਿ ਰਹੀ ਹੈ ਜੀ? ਕੀ ਹੋ ਕੀ ਰਿਹਾ ਸੀ? ਜਿਹੜੇ ਤਸਕਰ ਹੈ, ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕਨੈਕਸ਼ਨ ਔਰ ਜੜ੍ਹਾਂ ਬੜੀਆਂ ਡੂੰਘੀਆਂ ਨੇ। ਪਿਛਲੇ ਸਮੇਂ ਤੋਂ ਕਾਫੀ ਸਾਲਾਂ ਤੋਂ ਇਸ ਧੰਦੇ ਵਿੱਚ ਲੱਗੇ ਹੋਏ ਨੇ। ਇਹਨਾਂ ਨੇ ਹੁਣ ਨਵਾਂ ਕੀ ਕੀਤਾ ਸੀ ਕਿ ਜਨਾਨੀਆਂ ਔਰ ਬੱਚਿਆਂ ਤੋਂ ਵਕਵਾਉਣ ਲੱਗ ਗਏ ਸੀ। ਅੱਗੇ ਕਰਕੇ ਥੋੜੀ ਕੁਆਂਟੀਟੀ ਦੇ ਕੇ ਇਹ ਭੇਜ ਦਿੰਦੇ ਸੀ, ਕਦੇ ਜਨਾਨੀ ਨੂੰ ਭੇਜਤਾ, ਕਦੇ ਜਵਾਕ ਨੂੰ ਭੇਜਤਾ ਦੇ ਕੇ। ਅਸੀਂ ਇਹੋ ਜਿਹੀਆਂ ਪਾਲਿਸੀਆਂ ਲਿਆਂਦੀਆਂ। ਪਹਿਲਾਂ ਤਾਂ ਡਰਾਈਵ ਚਲਾਈ ਕਿ ਜਿੰਨੇ ਭਗੌੜੇ ਹੈ ਕੇਸ NDPS ਦੇ ਕੇਸਾਂ ਵਿੱਚ, ਕਿ ਸਾਰੇ ਭਗੌੜਿਆਂ ਨੂੰ NDPS ਵਾਲਿਆਂ ਨੂੰ ਫੜੋ। 1047 ਭਗੌੜਿਆਂ ਨੂੰ ਪ੍ਰੋਕਲੇਮਡ ਅਫੈਂਡਰ NDPS ਕੇਸਾਂ ਵਾਲਿਆਂ ਨੂੰ ਫੜਿਆ ਸੀ। ਫਿਰ ਦੂਸਰੀ ਬੇਨਤੀ ਮੇਰੀ ਇਹ ਹੈ ਕਿ ਦਰਸ਼ਕ ਜੀ ਇਸ ਗੱਲ ਨੂੰ ਸਮਝਣ ਵਾਸਤੇ ਪਾਲਿਸੀਆਂ ਬਣਾ ਕੇ, ਜਦੋਂ ਜ਼ਮੀਨੀ ਪੱਧਰ ਤੇ ਭਗਵੰਤ ਮਾਨ ਜੀ ਦਾ ਕਿਹਾ ਦਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਦਾ ਫਰਕ ਕੀ ਹੋਣਾ ਹੈ? ਉਹਨਾਂ ਦਾ ਫਰਕ ਇਹ ਹੈ ਕਿ ਭਗਵੰਤ ਮਾਨ ਆਪਣੀ ਜ਼ੁਬਾਨ ਔਰ ਆਪਣੀ ਇਮਾਨਦਾਰੀ ਕਰਕੇ 10 ਕਿੱਲਿਆਂ ਤੋਂ ਚੱਲ ਕੇ ਮੁੱਖ ਮੰਤਰੀ ਬਣਿਆ। ਉਹਦੇ ਕੋਲੇ ਕੋਈ ਰਿਆਸਤ ਨਹੀਂ ਸੀ, ਉਹਦੇ ਕੋਲੇ ਕੋਈ ਬਹੁਤ ਸਰਮਾਇਆ ਨਹੀਂ ਸੀ, ਉਹਦੇ ਕੋਲੇ ਕੋਈ ਬਹੁਤ ਵੱਡੇ ਸਾਧਨ ਨਹੀਂ ਸੀ। ਮੁੱਖ ਮੰਤਰੀ ਦੀ ਜ਼ੁਬਾਨ ਤੇ ਪੰਜਾਬੀ ਯਕੀਨ ਕਰਦੇ ਨੇ, ਔਰ ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ 15 ਅਗਸਤ ਤੋਂ ਹੁਣ ਅਗਲੇ ਦਿਨ ਤੋਂ ਕਾਰਵਾਈ ਸ਼ੁਰੂ ਹੈ। ਇਹ ਤਾਂ ਤੁਸੀਂ ਅਗਲੀ 15 ਅਗਸਤ ਤੱਕ ਦਾ ਜਿਹੜਾ ਟਾਈਮ ਹੈ ਉਹ ਤਾਂ ਲਾਸਟ ਟਾਈਮ ਹੈ। ਉਦੋਂ ਤਾਂ ਪਹਿਲਾਂ ਉਹ ਕਹਿੰਦੇ 26 ਜਨਵਰੀ ਤੱਕ ਆ 2-3 ਮਹੀਨਿਆਂ 'ਚ ਤੁਸੀਂ ਐਕਸ਼ਨ ਦੇਖ ਲਓਗੇ ਕਿ ਗਰਾਊਂਡ ਤੇ ਫਰਕ ਕਿੱਦਾਂ ਹੋਊਗਾ। ਪਿੰਡਾਂ ਦੇ ਵਿੱਚ ਦਰਸ਼ਕ ਜੀ ਖੇਡਾਂ ਵੱਲ ਜੇ ਪ੍ਰੇਰਿਤ ਨਾ ਕਰਾਂਗੇ ਨੌਜਵਾਨਾਂ ਨੂੰ, ਕਿਤੇ ਨਾ ਕਿਤੇ ਆਪਾਂ ਨੂੰ ਰੁਚੀ ਵੀ ਤੋੜਨੀ ਪੈਣੀ ਹੈ। ਜਾਂ ਤਾਂ ਨੌਜਵਾਨ ਖੇਡਾਂ ਵਾਲੇ ਪਾਸੇ। ਬਾਦਲ ਸਾਹਿਬ ਫਿਰ ਤੁਹਾਡੇ ਕੋਲ ਆਉਂਦੇ ਆ। ਰਾਮੂ ਵਾਲੀਆ ਜੀ, ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਸਰਕਾਰ ਜਿਹੜੀ ਇਹ ਕਹਿੰਦੀ ਵੀ ਹੈ, ਸਾਡੇ ਅਮਿਤ ਸ਼ਾਹ ਵੀ ਇੱਥੇ ਉਹਨਾਂ ਨੇ ਇੱਕ ਦਫ਼ਤਰ ਵੀ ਖੋਲਿਆ, ਬੜਾ ਕੁਛ ਯਤਨ ਚੱਲ ਰਿਹਾ ਹੈ, BS ਨੂੰ ਵੀ ਵੱਧ ਅਧਿਕਾਰ ਦਿੱਤੇ ਹੈ। ਤੇ ਜਿਵੇਂ ਬੱਬੀ ਬਾਦਲ ਜੀ ਕਹਿ ਰਹੇ ਆ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਜੀ ਤੇ ਵਿਸ਼ਵਾਸ ਕਰਦੇ ਹੈ, ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਨਹੀਂ ਹੁੰਦਾ ਹੈਗਾ। ਤੁਸੀਂ ਵਿਸ਼ਵਾਸ ਕਰਦੇ ਹੋ ਮਾਨ ਸਾਹਿਬ ਤੇ? ਵਿਸ਼ਵਾਸ ਤੇ ਮੈਂ ਕਰਨਾ ਚਾਹੁੰਦੀ ਹਾਂ। ਔਰ ਇਹਨਾਂ 3 ਮਹੀਨੇ ਜਦੋਂ ਇਹਨਾਂ ਨੇ 92 ਸੀਟਾਂ ਜਿੱਤੀਆਂ ਤਾਂ ਉਦੋਂ ਇਹ ਕਿਹਾ ਸੀ ਕਿ 3 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ। ਇਸ ਵਕਤ ਅਸੀਂ 1.5 ਸਾਲ ਹੋ ਗਿਆ ਔਰ ਨਸ਼ਾ ਖਤਮ ਹੋਣ ਦੀ ਬਜਾਏ ਅਸੀਂ ਬੁਰੀ ਤਰ੍ਹਾਂ ਵੱਧ ਰਿਹਾ ਹੈ। ਜੇ ਦੇਖਿਆ ਜਾਏ ਕਿ ਹੁਣ ਕੁੜੀਆਂ ਦੇ ਬੜੇ ਕੇਸਿਸ ਆਉਂਦੇ ਆ। ਤੁਸੀਂ ਵੀ ਪਬਲਿਕ ਜਨਰਲ ਵੀਡੀਓ ਲੋ ਕੇ ਕੁੜੀਆਂ ਵਿਚਾਰੀਆਂ ਮਿੰਨਤਾਂ ਕਰ ਰਹੀ ਹੈ ਕਿ ਮੇਰਾ ਨਸ਼ਾ ਛਡਾ ਦੋ ਔਰ ਮੈਂ ਜਿਉਣਾ ਚਾਹੁੰਦੀ ਹਾਂ। ਇੱਕ ਹੋਰ ਬੱਚੀ ਦਾ ਜਵਾਨ ਕੁੜੀ ਦਾ ਵੀਡੀਓ ਆਉਂਦਾ ਜੋ ਕਹਿ ਰਹੀ ਹੈ ਕਿ ਜੋ ਮਰਜ਼ੀ ਮੇਰੇ ਨਾਲ ਕਰ ਲੋ ਪਰ ਮੈਨੂੰ ਨਸ਼ਾ ਦੇ ਦਿਓ। ਅਸੀਂ ਇਹੋ ਜਿਹੀ ਸਿਚੁਏਸ਼ਨ 'ਚ ਗੁਜ਼ਰੇ। ਸੈਂਕੜੇ ਵੀਡੀਓ ਹੈਗੇ ਆਪਣੇ ਪੰਜਾਬ 'ਚ ਜੇ ਗੱਲ ਕੀਤੀ ਜਾਵੇ,
पर ਅਸੀਂ ਐਸੀ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਹਾਂ ਕਿ ਸਾਡੇ ਘਰ ਘਰ ਨਸ਼ਾ ਪਹੁੰਚ ਗਿਆ। ਜੇ ਮੈਂ ਅੱਜ ਗੱਲ ਕਰਾਂ ਕਿ ਅਸੀਂ ਦੂਜੀਆਂ ਸਰਕਾਰਾਂ ਨੂੰ ਜ਼ਿੰਮੇਦਾਰ ਠਹਿਰਾਈਏ, ਮੈਂ ਬਿਲਕੁਲ ਮੰਨਦੀ ਹਾਂ ਦੂਜੀਆਂ ਸਰਕਾਰਾਂ ਜ਼ਿੰਮੇਦਾਰ ਸਨ, ਔਰ ਇੱਕ ਸਰਕਾਰ ਦੇ ਬੱਬੀ ਬਾਦਲ ਜੀ ਵੀ ਮੈਂਬਰ ਔਰ ਬੜੇ ਲੰਬੇ ਸਮੇਂ ਤੋਂ ਸਨ। ਔਰ ਮੈਂ ਇੱਕ ਵੱਡੇ ਲੀਡਰ ਦਾ ਨਾਂ ਲਵਾਂ ਜਾਂ ਨਾ ਲਵਾਂ, ਪਰ ਮੈਂ ਦੇਖਦੀ ਹਾਂ ਕਿ ਜੇ ਅਸੀਂ ਪਿਛਲੀਆਂ ਸਰਕਾਰਾਂ ਨੂੰ ਦੇਖੀਏ ਤਾਂ ਉਹਨਾਂ ਦੇ ਵਿੱਚੋਂ ਜੇ ਵੱਡੇ ਲੀਡਰ ਦਾ ਇੱਕ ਨਾਂ ਸੀ ਔਰ ਜੇਲ੍ਹ 'ਚ ਰਹੇ ਔਰ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢਿਆ ਗਿਆ, ਉਹਨਾਂ ਤੇ ਨਸ਼ਾ ਤਸਕਰ ਹੋਣ ਦਾ ਤੇ ਨਸ਼ੇ ਤਸਕਰਾਂ ਨੂੰ ਕੈਮੀਕਲ ਵੇਚਣ ਦਾ ਸਿੱਧਾ ਇਲਜ਼ਾਮ ਸੀ, ਔਰ ਉਹਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ, ਪਹਿਲੀ ਤਾਂ ਇਹ ਗੱਲ ਆ। ਔਰ ਇਹ ਵੀ ਸਰਕਾਰ ਉਵੇਂ ਹੀ ਚੱਲਦੀ ਹੈ ਜਿਵੇਂ ਦੂਜੀਆਂ ਸਰਕਾਰਾਂ ਚੱਲਦੀਆਂ ਸਨ, ਕੋਈ ਜ਼ਿਆਦਾ ਫਰਕ ਨਹੀਂ ਹੈ। ਜੇ ਇਹਨਾਂ ਤੋਂ ਕੰਟਰੋਲ ਵੀ ਹੋ ਗਿਆ ਨਸ਼ਾ ਤਾਂ ਵੀ ਮੈਨੂੰ ਦੱਸ ਦੇਣ, ਮੈਨੂੰ ਇਹ ਦੱਸ ਦੇਣ ਕਿ ਇਹਨਾਂ ਨੇ ਕਿੰਨੇ ਨਸ਼ਾ ਛੁਡਾਊ ਕੇਂਦਰ ਖੋਲੇ ਆ ਹੁਣ ਤੱਕ। ਮੈਨੂੰ ਇਹ ਦੱਸ ਦੇਣ ਕਿ ਉਹਨਾਂ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਕਿੰਨੇ ਡਾਕਟਰ ਭਰਤੀ ਕੀਤੇ ਆ, ਕਿੰਨੀ ਇਹਨਾਂ ਨੂੰ ਸਪੋਰਟਿਵ ਮੈਡੀਸਨ ਦਵਾਈ ਮਿਲ ਰਹੀ ਆ, ਔਰ ਅਸੀਂ ਕਿੰਨੀ ਕੁ NGOs ਇਹਨਾਂ ਨੇ ਲਾਈਆਂ ਜਿਨ੍ਹਾਂ ਨੂੰ NGOs ਨੂੰ ਸਪੋਰਟ ਕਰ ਰਹੀ ਹੈ ਸਰਕਾਰ ਕਿ ਅਸੀਂ ਨਸ਼ਾ ਛੁਡਾਉਣਾ ਚਾਹੁੰਦੇ ਹਾਂ ਤੇ ਤੁਸੀਂ ਦਮ ਦੇ ਕੇ ਇਸ ਸਾਡੇ ਨਾਲ ਹੱਥ ਨਾਲ ਹੱਥ ਵਟਾਓ। ਜਿੱਥੇ ਮੈਂ ਸਮਝਦੀ ਹਾਂ ਕਿ ਨਸ਼ਾ ਵਿਦੇਸ਼ਾਂ ਦੇ ਵਿੱਚੋਂ ਆਉਣ ਦੇ ਪੋਰਟ ਰਾਹੀਂ ਆਉਣ ਦੇ ਨਾਲ ਨਾਲ ਪੰਜਾਬ ਦੇ ਘਰਾਂ ਵਿੱਚ ਵੀ ਨਸ਼ਾ ਬਣਨ ਲੱਗ ਗਿਆ। ਇਸੇ ਕਰਕੇ ਜਿੰਨੇ ਬਾਜ਼ੀਗਰ ਹੋਏ, ਜਿੰਨੇ ਝੁੱਗੀ ਝੌਂਪੜੀ ਹੋਏ, ਜੋ ਛੋਟਾ ਕੰਮ ਧੰਦਾ ਕਰਨ ਵਾਲੇ, ਜੋ ਵੱਡਾ ਕੰਮ ਧੰਦਾ ਕਰਨ ਵਾਲੇ, ਸਭ ਲੋਕ ਨਸ਼ਾ ਵੇਚਦੇ ਆ ਤੇ ਨਾਲ ਖਾਣ ਲੱਗ ਪੈਂਦੇ ਆ। ਜੇ ਮੈਂ ਦੇਖਾਂ ਇਹਨੂੰ ਬਰੀਕੀ ਦੇ ਨਾਲ, ਸਾਨੂੰ ਬਹੁਤ ਦੁੱਖ ਹੁੰਦਾ ਕਿ ਪੰਜਾਬ ਤਬਾਹੀ ਵੱਲ ਨੂੰ ਤੁਰਿਆ। ਅਸੀਂ ਆਪਦੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਾਂ, ਸਟੂਡੈਂਟ ਸੜਕਾਂ ਤੇ ਰੁਲ ਰਹੇ ਆ। ਮੇਰੇ ਕੋਲ ਬਹੁਤ ਸਾਰੀ ਕੈਨੇਡਾ ਦੇ ਕੰਪਲੇਂਟਸ ਆ ਕਿ ਮੁੰਡਾ ਰਹਿਣ ਨੂੰ ਥਾਂ ਨਹੀਂ ਸੀਗਾ, ਔਰ ਉਹ ਪੈਟਰੋਲ ਪੰਪ ਦੇ ਗੈਸ ਸਟੇਸ਼ਨ ਤੇ ਕਹਿੰਦੇ ਆ ਗੈਸ ਸਟੇਸ਼ਨ ਦੇ ਬਾਥਰੂਮ ਨੂੰ ਯੂਜ਼ ਕਰ ਰਿਹਾ ਸੀ ਘੰਟੇ ਲਈ ਨਹਾਉਣ ਲਈ। ਔਰ ਇੰਨਾ ਅਸੀਂ ਬੁਰੇ ਹਾਲ ਆ, ਸਾਡੇ ਬੱਚੇ ਆ ਜਿਹੜੇ ਵਿਦੇਸ਼ਾਂ ਵਿੱਚ ਰੁਲ ਰਹੇ ਆ, ਅਸੀਂ ਇੱਥੇ ਖਤਮ ਹੋ ਰਹੇ ਆ। ਮੈਨੂੰ ਤਾਂ ਡਰ ਲੱਗ ਰਿਹਾ ਕਿ ਇੰਨੀ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਪੰਜਾਬੀਅਤ ਦੀ ਹੋਂਦ ਕੌਮ, ਮੈਂ ਧਰਮ ਨਹੀਂ ਕਹਿ ਰਹੀ, ਪੰਜਾਬੀ ਕੌਮ ਖਤਮ ਹੋ ਜਾਏਗੀ। ਜੋ ਵੀ ਇਹਨਾਂ ਨੇ ਵਾਅਦਾ ਕੀਤਾ ਉਹ ਪੂਰਾ ਕਰਨਾ ਚਾਹੀਦਾ। ਠੀਕ ਹੈ ਜੀ। ਵਿਨੋਦ ਭਾਰਤੀ ਜੀ, ਜਿਹੜੀ ਕਾਂਗਰਸ ਹੈ ਉਹ ਵਿਰੋਧੀ ਧਿਰ ਦੇ ਵਿੱਚ ਹੈ। ਜਿਹੜੀ ਆਮ ਆਦਮੀ ਪਾਰਟੀ ਵੱਲੋਂ ਹੁਣ ਵਾਅਦੇ ਕੀਤੇ ਜਾ ਰਹੇ ਨੇ, ਦਾਅਵੇ ਕੀਤੇ ਜਾ ਰਹੇ ਨੇ, ਭਗਵੰਤ ਮਾਨ ਉਹਨਾਂ ਨੇ ਇੱਕ ਵਾਰ ਫੇਰ ਜਿਹੜਾ 15 ਅਗਸਤ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਚਿੱਟਾ ਖਤਮ ਹੋਊਗਾ। ਕੀ ਵਿਰੋਧੀ ਧਿਰ ਇਸ ਗੱਲ ਤੋਂ ਸੰਤੁਸ਼ਟ ਹੈ? ਦੇਖੋ ਦਰਸ਼ਕ ਸਾਹਿਬ, ਗੱਲ ਇਹ ਵੀ ਅਸੀਂ ਉਸ ਹਰ ਗੱਲ ਦਾ ਸਵਾਗਤ ਕਰਾਂਗੇ ਜਿਹੜੀ ਪੰਜਾਬ ਦੇ ਹਿੱਤ ਵਿੱਚ ਹੈ, ਪੰਜਾਬ ਦੀ ਜਵਾਨੀ ਦੇ ਹਿੱਤ ਵਿੱਚ ਹੈ, ਪੰਜਾਬ ਦੀ ਰੱਖਿਆ ਦੇ ਹਿੱਤ ਵਿੱਚ ਹੈ। ਚਾਹੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ 3 ਮਹੀਨੇ 'ਚ ਖਤਮ ਕਰ ਦਿਆਂਗੇ, ਜੇ ਉਹਨਾਂ ਨੇ ਹੁਣ ਦੁਬਾਰਾ ਫਿਰ ਸਮਾਂ ਕਿਹਾ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ। ਲੇਕਿਨ ਇਹਦੇ ਨਾਲ ਨਾਲ ਜੋ ਪਿਛਲੀਆਂ ਘਟਨਾਵਾਂ ਹੋਈਆਂ ਨੇ, ਜੇ ਆਪਾਂ ਉਹਨਾਂ ਤੇ ਵੀ ਨਜ਼ਰ ਮਾਰੀਏ ਤਾਂ ਜਿੱਦਾਂ ਬੱਬੀ ਜੀ ਨੇ ਕਿਹਾ ਵੀ ਅਸੀਂ ਕੋਈ ਵੀ ਜਿਹੜਾ ਸ਼ੱਕੀ ਬੰਦਾ ਹੈ ਉਹਨੂੰ ਬਖਸ਼ਾਂਗੇ ਨਹੀਂ। ਪਹਿਲਾਂ ਤਾਂ ਸਰਾਰੀ ਸਾਹਿਬ ਨੂੰ ਅਜੇ ਤੱਕ ਬਖਸ਼ਿਆ ਹੋਇਆ, ਉਹਨਾਂ ਦੇ ਕੋਈ ਕੇਸ ਨਹੀਂ ਰਜਿਸਟਰਡ ਹੋਇਆ, ਔਰ ਹੋਰ ਵੀ ਇਹਨਾਂ ਦੇ ਕਈ ਬੰਦੇ ਆ ਜਿਨ੍ਹਾਂ ਦੇ ਉੱਪਰ ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਦੇ ਕੇਸ ਰਜਿਸਟਰਡ ਕੀਤਾ ਜਾਵੇ, ਨਹੀਂ ਕੀਤੇ ਗਏ। ਚਲੋ ਇਹ ਤਾਂ ਸਰਕਾਰ ਦੀ ਆਪਣੀ ਇੱਛਾ ਸ਼ਕਤੀ ਤੇ ਡਿਪੈਂਡ ਕਰਦਾ। ਲੇਕਿਨ ਮੈਂ ਦੱਸਣਾ ਚਾਹੁੰਦਾ ਵੀ NDPS ਕੇਸਿਸ ਜਿਹੜੇ ਆ ਉਹਨਾਂ ਵਿੱਚ ਵੀ ਪੰਜਾਬ ਤੀਜੇ ਨੰਬਰ ਤੇ ਹੈ, UP ਔਰ MP ਤੋਂ ਬਾਅਦ। UP 'ਚ 10,432 ਕੇਸ ਰਜਿਸਟਰਡ ਕੀਤੇ, MP 'ਚ 10,078, ਪੰਜਾਬ 'ਚ 9,972, ਜਿਨ੍ਹਾਂ 'ਚੋਂ 57,666 ਜਿਹੜੇ ਆ ਉਹ ਇਹਨਾਂ ਨੇ ਅਰੈਸਟ ਵੀ ਪਾਈ ਆ ਉਹਨਾਂ ਦੀ। ਤਾਂ ਲੇਕਿਨ ਜਿਹੜੀ ਇਹਦੀ ਜਿਹੜਾ ਰੂਟ ਕਾਜ਼ ਹੈ, ਜੇ ਆਪਾਂ ਇਹਨੂੰ ਖਤਮ ਹੀ ਕਰਨਾ ਚਾਹੁੰਦੇ ਆ ਤਾਂ ਜਿੱਦਾਂ ਕੁਝ ਪਿੰਡਾਂ ਦੇ ਦਲੇਰ ਲੋਕਾਂ ਨੇ ਨਸ਼ੇ ਦੇ ਖਿਲਾਫ ਆਪਣੀ ਲਾਮਬੰਦੀ ਕੀਤੀ ਹੈ, ਉਹ ਜੰਗ ਦਾ ਐਲਾਨ ਕੀਤਾ, ਨਸ਼ਾ ਨੂੰ ਸੰਮਤੀਆਂ ਬਣੀਆਂ ਉਹਨਾਂ ਦੀਆਂ, ਉਹਨਾਂ ਨੂੰ ਪੰਜਾਬ ਸਾਨੂੰ ਚਾਹੀਦਾ ਕਿ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
ਕਈ ਵਾਰੀ ਤਾਂ ਇਹ ਵੀ ਸੁਣਨ ਚ ਆਇਆ ਕਿ ਵੀ ਜਦੋਂ ਪੁਲਿਸ ਨੂੰ ਇੰਟੀਮੇਟ ਕੀਤਾ ਜਾਂਦਾ ਹੈ ਕਿ ਫਲਾਨੀ ਜਗ੍ਹਾ ਤੇ ਨਸ਼ਾ ਵਿਕ ਰਿਹਾ, ਤਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਨਸ਼ਾ ਦੇ ਸੁਦਾਗਰ ਜਿਹੜੇ ਨੇ ਉਹ ਗਾਇਬ ਹੋ ਜਾਂਦੇ ਨੇ। ਪਿੱਛੇ ਜੇ ਡੀਜੀਪੀ ਸਾਹਿਬ ਨੇ ਆਪ ਲੁਧਿਆਣਾ ਦੇ ਵਿੱਚ ਇੱਕ ਰੇਡ ਮਾਰੀ ਆਪਣੇ ਸਟਾਫ ਨੂੰ ਨਾਲ ਲੈ ਕੇ, ਜਦੋਂ ਉੱਥੇ ਪਹੁੰਚੇ ਉੱਥੇ ਕੋਈ ਨਹੀਂ ਮਿਲਿਆ, ਤੇ ਅਗਲੇ ਦਿਨ ਅਖਬਾਰ ਚ ਪੜ੍ਹਨ ਨੂੰ ਮਿਲਿਆ ਕਿ ਲੋਕ ਕਹਿੰਦੇ ਆ ਕਿ ਸਾਨੂੰ ਤਾਂ 1 ਘੰਟਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਸਾਡੇ ਇੱਥੇ ਰੇਡ ਪੈਣੀ ਹੈ, ਤੇ ਇਸ ਕਰਕੇ ਉਹ ਲੋਕ ਗਾਇਬ ਹੋ ਗਏ, ਉਹ ਡੀਜੀਪੀ ਸਾਹਿਬ ਦੀ ਜਿਹੜੀ ਰੇਡ ਸੀ ਉਹ ਵਿਫਲ ਹੋ ਗਈ। ਸੋ ਇਸ ਕਰਕੇ ਇਹਨਾਂ ਗੱਲਾਂ ਵੱਲ ਬਹੁਤ ਜ਼ਰੂਰੀ ਹੈ ਜਿਹੜਾ ਧਿਆਨ ਦੇਣਾ। ਪੰਜਾਬ ਦੇ ਵਿੱਚ ਬੜੀ ਮਤਲਬ ਜਿਹੜੀ ਚਿੰਤਾ ਵਾਲੀ ਗੱਲ ਇਹ ਹੈ ਕਿ 6,97,000 ਬੱਚੇ ਨਸ਼ੇ ਦੇ ਵਿੱਚ ਇਨਵੋਲਵ ਹੋ ਗਏ, ਜਿਨ੍ਹਾਂ ਵਿੱਚ 18,100 ਤਾਂ ਕੱਲੀ ਕੋਕੀਨ ਵਾਲਾ ਹੀ ਹੈ। ਔਰ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਸਾਡੀ ਪਾਰਲੀਮੈਂਟਰੀ ਰਿਪੋਰਟ ਹੈ, ਸੰਸਦੀय ਸਮਿਤੀ ਦੀ ਰਿਪੋਰਟ ਹੈ, ਉਹਦੇ ਵਿੱਚ ਹੈ ਕਿ ਪੰਜਾਬ ਕੱਲੇ ਵਿੱਚ 66 ਲੱਖ ਲੋਕ ਨਸ਼ੇ ਦੇ ਆਦੀ ਹੈ, ਔਰ ਹਰ ਲੱਖ ਮਗਰ 33 ਬੰਦੇ ਨਸ਼ੇ ਦਾ ਵਪਾਰ ਕਰਦੇ ਆ। ਉਹਦੇ ਲਈ ਸਰਕਾਰ ਨੂੰ, ਜਿਵੇਂ ਹੁਣ ਆਪਾਂ ਲੱਖ ਮੈਂ ਕਹੀ ਜਾਵਾਂ ਕਿ ਜੀ ਆਮ ਆਦਮੀ ਪਾਰਟੀ ਕਮਜ਼ੋਰ ਹੈ, ਆਮ ਆਦਮੀ ਪਾਰਟੀ ਵਾਲੇ ਕਹੀ ਜਾਣ ਕਾਂਗਰਸ ਕਮਜ਼ੋਰ ਹੈ, ਕਾਂਗਰਸ ਕਹੀ ਜਾਵੇ ਅਕਾਲੀ ਦਲ ਕਮਜ਼ੋਰ ਹੈ, ਲੇਕਿਨ ਕੰਮ ਤਾਂ ਕਰਨ ਨਾਲ ਹੀ ਹੋਊਗਾ ਜਿਹੜਾ ਲੋਕਾਂ ਨੂੰ ਨਜ਼ਰ ਆਵੇ। ਹੁਣ ਉਹਨਾਂ ਨੇ ਬੱਬੀ ਜੀ ਨੇ ਦੱਸੀ ਜੀ। ਵਿਨੋਦ ਜੀ ਠੀਕ ਹੈ, ਤੁਹਾਡੇ ਕੋਲ ਫੇਰ ਆਉਣੇ ਆ। ਸੋਹਲ ਜੀ, ਜਿਹੜੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੁਣ ਜਿਹੜਾ ਪ੍ਰੋਗਰਾਮ ਲਿਖਿਆ ਕਿ ਪੰਜਾਬ ਬਚਾਓ, ਉਸ ਪੰਜਾਬ ਬਚਾਓ ਦੇ ਵਿੱਚ ਨਸ਼ੇ ਤੋਂ ਨੌਜਵਾਨਾਂ ਨੂੰ ਬਚਾਉਣ ਦੇ ਵਾਸਤੇ ਅਕਾਲੀ ਦਲ ਦੇ ਕੀ ਯਤਨ ਨੇ ਕਿ ਇਕੱਲੀ ਪਾਰਟੀ ਬਚਾਉਣ ਵਾਸਤੇ ਹੈ ਕਿ ਪੰਜਾਬ ਨੂੰ ਜਿਹੜਾ ਬਚਾਉਣ ਦਾ ਮਕਸਦ ਇਹ ਵੀ ਹੈਗਾ? ਦਰਸ਼ਕ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਜਿਹੜਾ ਇੱਕ ਨਸ਼ਾ ਹੈ ਉਹ ਇੱਕ ਸਮਾਜਿਕ ਬੁਰਾਈ ਹੈ, ਔਰ ਉਹ ਸਮਾਜਿਕ ਬੁਰਾਈ ਨੂੰ ਜੋ ਹੈ ਮਤਲਬ ਅਸੀਂ ਬੜੇ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਬਦਕਿਸਮਤ ਹਾਂ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਇਸ ਨੂੰ ਏਜੰਡਾ ਬਣਾ ਕੇ ਇਸਤੇਮਾਲ ਕਰ ਰਹੇ ਨੇ, ਏਜੰਡਾ ਬਣਾਇਆ ਗਿਆ ਹੈ ਇਸ ਨੂੰ। ਔਰ ਦੂਸਰੀ ਗੱਲ ਜਿਹੜੀ ਸੀ, ਹੁਣੇ ਗੱਲ ਕਰ ਰਹੇ ਸੀ ਮੇਰੇ ਵੀਰ, ਗੱਲ ਕਰ ਰਹੇ ਸੀ ਆਮ ਆਦਮੀ ਪਾਰਟੀ ਤੋਂ, ਇਹਨਾਂ ਨੇ ਗੱਲ ਕੀਤੀ ਕਿ ਵੀ ਸਾਡੇ ਸੀਐਮ ਸਾਹਿਬ 10 ਕਿੱਲਿਆਂ ਤੋਂ ਅੱਜ ਮੁੱਖ ਮੰਤਰੀ ਬਣੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗੀ ਕਿ 15 ਮਹੀਨਿਆਂ 'ਚ ਉਹਨਾਂ ਦਾ ਦੱਸ ਦਿਓ ਜੀ ਕਿੰਨਾ ਕੁ ਉੱਥੇ 10 ਕਿੱਲੇ ਹੀ ਰਹਿ ਗਏ ਕਿ ਕਰੋੜਾਂ 'ਚ ਬਦਲ ਗਏ ਨੇ। ਦੇਖੋ, ਇੱਥੇ ਆંકੜੇ ਗਿਣਾਉਣ ਨਾਲ ਕੁਝ ਨਹੀਂ ਹੋਣਾ। ਇਹ ਤੁਹਾਡੇ ਚੈਨਲ ਰਾਹੀਂ ਵੀ ਲੋਕ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਪੰਜਾਬ ਵਿੱਚ 10 ਗੁਣਾ ਨਸ਼ਾ ਵੱਧ ਗਿਆ ਹੈ। ਜਿੱਥੇ ਇਹਨਾਂ ਨੇ ਇਹ ਸਰਕਾਰ ਬਣਾਉਣ ਲਈ ਇਹਨਾਂ ਦੇ ਸੁਪਰੀਮੋ ਨੇ ਵੀ ਆ ਕੇ ਐਲਾਨ ਕੀਤਾ ਸੀ ਕਿ ਜੇ ਕੋਈ ਮੁੱਖ ਮੰਤਰੀ ਦੀ ਨੀਅਤ ਹੋਵੇ ਤੇ ਪੰਜਾਬ 2 ਮਹੀਨਿਆਂ ਦੇ ਵਿੱਚ ਨਸ਼ਾ ਮੁਕਤ ਹੋ ਸਕਦਾ। ਤੇ ਅੱਜ ਪੰਜਾਬ ਦੇ ਇਹ ਹਾਲਾਤ ਬਣ ਗਏ ਹੈ ਕਿ ਪੰਜਾਬ ਦੇ ਵਿੱਚ ਅੱਗੇ ਕਦੀ ਕਿਸੇ ਧੀ ਭੈਣ ਦੀ ਕਦੀ ਕੋਈ ਵੀਡੀਓ ਵਾਇਰਲ ਨਹੀਂ ਸੀ ਹੋਈ। ਹੁਣ ਲਗਾਤਾਰ ਸਾਡੀਆਂ ਧੀਆਂ ਭੈਣਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਜੋ ਕਿ ਨਸ਼ੇ ਵਿੱਚ ਤੁੱਤ ਰਹਿੰਦੀਆਂ। ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆ, ਮੈਨੂੰ ਪਤਾ ਇੱਥੇ ਨਸ਼ਾ ਕਿੰਨਾ। ਇਹਨਾਂ ਨੂੰ ਇਹ ਗੱਲ ਕਹੀ ਜਾਵੇ ਕਿ 15 ਅਗਸਤ ਦੇ ਦਿਨ ਜਿਹੜਾ ਤੁਸੀਂ ਐਲਾਨ ਕਰ ਦਿੱਤਾ ਕਿ ਅਗਲੀ 15 ਅਗਸਤ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ, ਕਿ ਪੰਜਾਬ ਨੂੰ ਅਗਲੀ 15 ਅਗਸਤ ਤੱਕ ਤੁਸੀਂ ਪੂਰਾ ਖਤਮ ਕਰ ਦੋਗੇ? ਤੁਸੀਂ ਤਾਂ 2 ਮਹੀਨਿਆਂ ਦੀ ਗੱਲ ਕੀਤੀ ਸੀ। ਸਾਡੇ ਤਾਂ 14 ਸਾਲ ਦੇ ਜਵਾਕ ਵੀ ਨਸ਼ਿਆਂ ਤੇ ਲੱਗ ਗਏ ਨੇ। ਸਕੂਲਾਂ ਦੇ ਵਿੱਚ ਜਾ ਕੇ ਵੇਖੋ, ਸਕੂਲਾਂ 'ਚ ਨਸ਼ਾ ਪਹੁੰਚ ਗਿਆ ਹੈ। ਪਿੱਛੇ ਗਵਰਨਰ ਸਾਹਿਬ ਨੇ ਜੋ ਸਰਵੇ ਕੀਤਾ, ਉਹਨਾਂ ਦਾ ਕੀਤਾ ਹੋਇਆ ਸਰਵੇ ਬਿਲਕੁਲ ਠੀਕ ਸੀ ਕਿ ਸਕੂਲਾਂ ਤੱਕ ਨਸ਼ੇ ਪਹੁੰਚੇ ਨੇ। ਮੈਂ ਖੁਦ ਇਸ ਗੱਲ ਦੀ ਗਵਾਹ ਹਾਂ। ਮੈਂ ਬਾਦਲ ਸਾਹਿਬ ਜਿਹੜੇ ਇੱਥੇ ਬੈਠੇ ਮੇਰੇ ਆਮ ਆਦਮੀ ਪਾਰਟੀ ਤੋਂ ਮੇਰੇ ਵੀਰ, ਮੈਂ ਇਹਨਾਂ ਕੋਲੇ ਪੁੱਛਣਾ ਚਾਹਨੀ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਸੀ ਹੁਣੇ ਸਪੋਰਟਸ ਬਾਰੇ, ਮੈਂ ਇਸ ਤੋਂ ਪਹਿਲੇ ਵੀ ਗੱਲ ਕਰ ਚੁੱਕੀ ਹਾਂ ਕਿ ਤੁਸੀਂ ਯੁਵਾ ਵਰਗ ਨੂੰ ਸਪੋਰਟਸ ਨਾਲ ਜੋੜਨ ਦੀ ਗੱਲ ਕੀਤੀ ਹੈ। ਤੇ ਵੀਰ ਜੀ, ਫॉर योर ਕਾਈਂਡ ਇਨਫੋਰਮੇਸ਼ਨ, ਕਿ ਜਿਹੜਾ ਪੈਰਾ ਕਰਾਟੇ ਦਾ ਜਿਹਨੇ 10 ਵਾਰੀ 골ਡ ਮੈਡਲ ਜਿੱਤਿਆ ਤਰੁਣ ਸ਼ਰਮਾ, ਉਸ ਦੇ ਲਈ ਮੈਂ ਬੋਲੀ ਹਾਂ, ਮੈਂ ਸਟੈਂਡ ਕੀਤਾ। ਪਰ ਤੁਹਾਡੀ ਸਰਕਾਰ ਨੇ ਉਸ ਨੂੰ ਸਨਮਾਨਿਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕੰਨੇ ਤੋਂ। ਤੁਹਾਡੀ ਸਰਕਾਰ ਦੇ ਵਿੱਚ ਉਹਦਾ ਐਮਐਲਏ ਤੁਹਾਡਾ ਆ ਕੇ ਉਹਨੂੰ ਬੱਸ ਦੇ ਉੱਤੇ ਆ ਰਿਹਾ ਲੜਕਾ। ਤੁਸੀਂ ਦੱਸੋ ਕਿੱਦਾਂ ਤੁਸੀਂ ਸਪੋਰਟਸ ਨਾਲ ਜੋੜ ਲੋਗੇ? ਤੁਸੀਂ ਸਾਡੇ ਯੁਵਾ ਜਿਹੜਾ ਵਰਗ ਹੈ ਉਹਦਾ ਬੇੜਾ ਗਰਕ ਕਰਨ ਤੇ ਲੱਗੇ ਹੋ। ਅੱਜ ਉਹ ਇੰਨਾ ਡੀਮੋਟੀਵੇਟ ਹੋਇਆ, ਉਹ ਕਹਿੰਦਾ ਮੈਂ ਖੁਦ ਦਾ ਆਤਮਦਾਹ ਕਰ ਦਾਂਗਾ। ਤੁਸੀਂ ਗੱਲਾਂ ਬਹੁਤ ਕਰਦੇ ਹੋ, ਅਜੀਤ ਦੇ ਵਿੱਚ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹੋ ਖਿਡਾਰੀਆਂ ਦੇ ਲਈ।
ਲੇਕਿਨ ਇੰਪਲੀਮੈਂਟ ਇਜ਼ ਨਥਿੰਗ, ਜ਼ੀਰੋ। ਤੁਹਾਡੇ ਐਮਐਲਏ ਦੀ ਤੁਸੀਂ ਗੱਲ ਕਰ ਰਹੇ ਹੋ ਜੀ, ਅਸੀਂ ਤਾਂ ਬੜੇ ਜ਼ੀਰੋ ਕਰਪਸ਼ਨ ਬੰਦੇ। ਤੁਹਾਡੇ ਤਾਂ ਕਿੰਨੇ ਆ ਜੀ? ਸਿੰਗਲਾ ਸਾਹਿਬ, ਉਹਨਾਂ ਦੇ ਗਵਾਹ ਤੇ ਸੀਐਮ ਸਾਹਿਬ ਸੀ, ਕਿੱਥੇ ਗਈ ਉਹਨਾਂ ਦੀ ਆਡੀਓ? ਕਿੱਥੇ ਨੇ ਸਿੰਗਲਾ ਸਾਹਿਬ? ਠੀਕ ਹੈ ਸਾਹਿਬ ਜੀ, ਫਿਰ ਤੁਹਾਡੇ ਕੋਲ ਵਾਪਸ ਆਉਂਦੇ ਆ। ਇਸ ਸਮੇਂ ਜਿਹੜਾ ਅਕਾਲੀ ਦਲ ਨੇ ਕਾਫੀ ਜ਼ਿਆਦਾ ਜਿਹੜੇ ਦੋਸ਼ ਲਾਏ ਨੇ ਆਮ ਆਦਮੀ ਪਾਰਟੀ ਦੇ ਉੱਤੇ, ਤੇ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਕਿਹਾ ਹੈ ਕਿ ਇਹ ਨਸ਼ੇ ਸਰਕਾਰ ਰੋਕ ਨਹੀਂ ਸਕਦੀ ਹੈਗੀ। ਇਸ ਸੰਬੰਧ ਵਿੱਚ ਅਸੀਂ ਬੱਬੀ ਬਾਦਲ ਨੂੰ ਫੇਰ ਚਾਹਾਂਗੇ। ਲੈਣੇ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਬੱਬੀ ਬਾਦਲ ਜੀ, ਜੇ ਇਸ ਸਮੇਂ ਜਦੋਂ ਬੁਲਾਰੇ ਹੁਣ ਬੋਲ ਰਹੇ ਨੇ, ਉਹਦੇ ਵਿੱਚ ਕੁਛ ਨੇ ਤੁਹਾਡੇ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਐਲਾਨ ਕੀਤਾ ਹੈ, ਉਹਨਾਂ ਦਾ ਸਵਾਗਤ ਵੀ ਕੀਤਾ ਹੈ, ਪਰ ਅਕਾਲੀ ਦਲ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈ ਕਿ ਮੁੱਖ ਮੰਤਰੀ ਵੱਲੋਂ ਜੋ ਐਲਾਨ ਕੀਤੇ ਗਏ ਨੇ ਉਹ ਪੂਰੇ ਹੋਣਗੇ ਜਾਂ ਸਿਰੇ ਚੜ੍ਹ ਸਕਣਗੇ, ਕਿਉਂਕਿ ਹਾਲਾਤ ਕਾਫੀ ਮਾੜੇ ਨੇ ਨਸ਼ੇ ਦੇ। ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਬੀਬੀ ਰਾਮੂਵਾਲੀਆ ਜੀ ਦਾ ਜਵਾਬ ਦੇ ਦਿਆਂ। ਇਹ ਕਹਿੰਦੇ ਸੀ ਕਿ ਬੱਬੀ ਬਾਦਲ ਅਕਾਲੀ ਸਰਕਾਰ ਵਿੱਚ, ਅਕਾਲੀ ਦਲ ਵਿੱਚ ਰਹੇ ਹੈ, ਤੇ ਮੈਂ ਕਹਿੰਦਾ ਵੀ ਭੈਣ ਜੀ ਗੱਲ ਕਿਰਪਾ ਕਰਕੇ ਤੁਸੀਂ ਨਾ ਕਰੋ। ਮਤਲਬ ਕੋਈ ਹੋਰ ਕਹਿ ਦਿੰਦਾ ਨਾ ਬੁਲਾਰਾ ਤਾਂ ਮੈਂ ਮੰਨ ਕੇ ਸਿਰ ਝੁਕਾ ਲੈਂਦਾ, ਪਰ ਤੁਹਾਡੀ ਕਹਿਣੀ ਨਹੀਂ ਬਣਦੀ। ਔਰ ਚਲੋ ਛੱਡੋ, ਆਪਾਂ ਇਹ ਗੱਲ ਨਹੀਂ ਕਰਦੇ। ਦੂਸਰੀ ਬੇਨਤੀ ਇਹ ਮੈਂ ਕਰੂੰਗਾ ਕਿ ਮੇਰੀ ਭੈਣ ਜਿਹੜੇ ਅਕਾਲੀ ਦਲ ਵਾਲਿਆਂ ਨੇ ਕਿਹਾ ਕਿ ਤੁਸੀਂ ਕਿਸੇ ਪਲੇਅਰ ਦਾ, ਆਪਾਂ ਉਹ ਕੋਈ ਬੱਸ ਤੇ ਆਏ ਆ, ਉਹਨਾਂ ਦਾ ਸਨਮਾਨ ਨਹੀਂ ਕਰਨਾ ਠੀਕ ਸਮਝਿਆ, ਤਾਂ ਮੈਂ ਇਹਨਾਂ ਨੂੰ ਕਹੂੰਗਾ ਕਿ ਜ਼ਰੂਰ ਤੁਸੀਂ ਡਿਟੇਲ ਦਿਓ ਡਿਬੇਟ ਤੋਂ ਬਾਅਦ, ਔਰ ਉਹਨਾਂ ਦਾ ਪ੍ਰੋਪਰ ਸਨਮਾਨ ਵੀ ਕਰਾਂਗੇ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ, ਖੇਡਾਂ ਵਤਨ ਪੰਜਾਬ ਦੀਆਂ ਦੁਬਾਰਾ ਤੋਂ ਪੋਰਟਲ ਖੁੱਲ ਕੇ ਰਜਿਸਟ੍ਰੇਸ਼ਨਾਂ ਸ਼ੁਰੂ ਹੋ ਗਈਆਂ ਨੇ, ਔਰ ਬਹੁਤ ਵੱਡੀ ਪੱਧਰ ਤੇ ਖੇਡਾਂ ਨੂੰ ਅਸੀਂ ਉਤਸ਼ਾਹਿਤ ਕਰ ਰਹੇ ਹਾਂ। ਨੰਬਰ 2, ਬੀਬੀ ਜੀ ਕਹਿੰਦੇ ਤੁਸੀਂ ਅਜੀਤ ਵਿੱਚ ਵੱਡੇ ਵੱਡੇ ਇਸ਼ਤਿਹਾਰ ਲਵਾਉਨੇ ਹੋ। ਉਹ ਬੀਬੀ ਜੀ ਤੁਹਾਡੀ ਪਾਰਟੀ ਕਹਿੰਦੀ ਹੈ ਅਜੀਤ 'ਚ ਤੁਸੀਂ ਲਵਾਉਂਦੇ ਨਹੀਂ। ਅਸੀਂ ਅਜੀਤ ਦਾ ਇਸ਼ਤਿਹਾਰ ਨਹੀਂ ਲਵਾਉਂਦੇ, ਤੇ ਇਹੀ ਰੌਲਾ ਤੁਸੀਂ ਕਰਦੇ ਹੋ। ਤੇ ਅੱਜ ਤੁਸੀਂ ਕੋਈ ਨਹੀਂ, ਲੈ ਲਾਂਗੇ ਜੀ, ਲੈ ਲਾਂਗੇ ਇਸ਼ਤਿਹਾਰ। ਮੈਂ ਬੇਨਤੀ ਇਹ ਕਰਦਾ ਕਿ ਦੇਖੋ, ਕਿਸੇ ਗੱਲ ਨੂੰ ਬੁਰਾ ਭਲਾ ਕਹਿਣ ਲਈ, ਮਾੜਾ ਕਹਿਣ ਲਈ ਤੁਸੀਂ ਪਿੱਛੋਂ ਜੇ ਪਾਰਟੀ ਵੀ ਕਹਿੰਦੀ ਹੈ ਵੀ ਤੁਸੀਂ ਠੋਕ ਕੇ ਕ੍ਰਿਟਿਸਾਈਜ਼ ਕਰਨਾ ਹੈ, ਕਿਰਪਾ ਕਰਕੇ ਆਪਾਂ ਪੰਜਾਬ ਹਿਤੈਸ਼ੀ ਬੈਠੇ ਆ। ਮੈਂ ਇਹ ਜ਼ਰੂਰ ਕਹੂੰਗਾ ਕਿ ਨਸ਼ੇ ਤੇ ਸਿਹਤ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਨਸ਼ੇ ਇੱਕ ਇਹੋ ਜਿਹੀ ਅਲਾਮਤ ਹੈ ਜਿਹਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਹਜ਼ਾਰਾਂ ਲੱਖਾਂ ਨੌਜਵਾਨ ਮਾਪਿਆਂ ਨੇ ਇਸ ਕਰਕੇ ਕਰਜ਼ਾ ਚੁੱਕ ਕੇ ਬਾਹਰ ਭੇਜਤੇ ਕਿ ਜੇ ਇੱਥੇ ਰਹਿ ਗਿਆ ਕਿਤੇ ਨਸ਼ੇ 'ਚ ਨਾ ਪੈ ਜੇ। ਸਾਡੇ ਮੁੱਖ ਮੰਤਰੀ ਜੀ ਤਾਂ ਸ਼ੁਰੂ ਤੋਂ ਕਹਿੰਦੇ ਇਹ ਆ ਰਹੇ ਹੈ ਕਿ ਅਸੀਂ ਪੰਜਾਬ ਨੂੰ ਇਹੋ ਜਿਹਾ ਬਣਾਉਣਾ ਕਿ ਸਾਡੇ ਨੌਜਵਾਨ ਬਾਹਰੋਂ ਵਾਪਸ ਆ ਜਾਣ। ਦਰਸ਼ਕ ਜੀ, ਮੈਂ ਡਿਟੇਲਾਂ ਤੁਹਾਨੂੰ ਦਿੱਤੀਆਂ ਨੇ ਕਿ ਕਿਹੜੇ ਪਾਸੇ, ਜਿਵੇਂ ਹੁਣ ਕਾਂਗਰਸ ਦੇ ਸਪੋਕਸਮੈਨ ਵੀ ਕੁਝ ਅੰਕੜੇ ਦੇ ਰਹੇ ਸੀ, ਲੇਕਿਨ ਉਹਨਾਂ ਦੇ ਅੰਕੜਿਆਂ ਵਿੱਚ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ 18,079 ਸਮਗਲਰ ਅੰਦਰ ਕੀਤੇ ਆ। ਇਹ ਕੋਈ 4-5 ਹਜ਼ਾਰ ਅਰੈਸਟ ਕਹਿ ਰਹੇ ਸੀ, ਇਹ ਅੱਜ ਦਾ ਅੰਕੜਾ 18,079 ਹੈ। ਸੋ ਜੇ ਤੁਹਾਡੇ ਵਿੱਚ ਕਾਰਵਾਈ ਕਰਨ ਦੀ ਵਿਲ ਹੋਵੇ, ਬੀਬੀ ਜੀ ਨੇ ਕਿਹਾ ਵੀ ਕਿੰਨੇ ਤੁਸੀਂ ਨਸ਼ਾ ਛਡਾਊ ਕੇਂਦਰ, ਅਸੀਂ ਓਟ ਕਲੀਨਿਕ ਕਹਿੰਦੇ ਆ ਉਹਨਾਂ ਨੂੰ, ਜਿੱਥੇ ਨਸ਼ੇ ਤੋਂ ਛੱਡਣ ਵਾਸਤੇ ਆਪਾਂ ਫ੍ਰੀ ਦਵਾਈ ਦਿੰਨੇ ਆ, ਉਹ ਲਗਭਗ ਡਬਲ ਹੋ ਚੁੱਕੇ ਨੇ, ਔਰ ਉੱਥੇ ਲੱਖਾਂ ਨੌਜਵਾਨ ਟ੍ਰੀਟਮੈਂਟ ਲੈ ਚੁੱਕੇ ਨੇ। ਪਹਿਲਾਂ ਇੱਕ ਕਾਨੂੰਨ ਬਣਾਤਾ ਸੀ ਇਹਨਾਂ ਨੇ ਕਿ ਉੱਥੇ ਜਿਹੜੀਆਂ ਦਵਾਈਆਂ ਵੀ ਫਰਜ਼ੀ, ਜਦੋਂ ਬਲਵੀਰ ਸਿੱਧੂ ਜੀ ਸਿਹਤ ਮੰਤਰੀ ਸੀ ਤਾਂ ਦਵਾਈਆਂ ਵੀ ਫਰਜ਼ੀ ਲੈ ਲਈਆਂ ਸੀ ਇਹਨਾਂ ਨੇ। ਬਿਊਪਨ ਦਾ ਬੜਾ ਵੱਡਾ ਸਕੈਂਡਲ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਓਟ ਕਲੀਨਿਕ ਤੋਂ ਆ ਕੇ ਵੀ ਨੌਜਵਾਨ ਦੁਬਾਰਾ ਨਸ਼ਿਆਂ 'ਚ ਪੈ ਜਾਂਦੇ ਆ। ਕਈ ਵਾਰ ਇਹ ਹੋ ਜਾਂਦਾ ਹੈ ਦਰਸ਼ਕ ਜੀ ਕਿ ਬੰਦਾ ਇੱਕ ਵਾਰ ਛੱਡ ਕੇ ਵੀ ਦੁਬਾਰਾ ਰੀਲੈਪਸ ਕਰ ਜਾਂਦਾ ਹੈ। ਮੈਂ ਇਸੇ ਕਰਕੇ ਕਹਿੰਦਾ ਕਿ ਪੰਜਾਬ ਪੁਲਿਸ ਲਿੰਕੇਜ ਲੱਭਦੀ ਹੈ। ਲਿੰਕੇਜ ਦਾ ਮਤਲਬ ਹੈ ਜਦੋਂ ਆਪਾਂ ਕਿਸੇ ਬੰਦੇ ਨੂੰ ਫੜਦੇ ਆਪਾਂ ਉਹਨੂੰ ਪੁੱਛਦੇ ਵੀ ਤੈਨੂੰ ਨਸ਼ਾ ਕਿਹਨੇ ਦਿੱਤਾ, ਫਿਰ ਉਸ ਬੰਦੇ ਤੋਂ ਪਿੱਛੇ ਜਦੋਂ ਆਪਾਂ ਲਿੰਕ ਬਣਾਉਂਦੇ ਆ ਤਾਂ ਜਿਹੜਾ ਸਭ ਤੋਂ ਵੱਡੀ ਮੱਛੀ ਹੈ ਉਹਨੂੰ ਫੜਨ ਵਿੱਚ ਕਾਮਯਾਬੀ ਮਿਲਦੀ ਹੈ। ਸੋ ਅਸੀਂ ਬੜੇ ਸੁਹਿਰਦ ਹੈ ਨਸ਼ੇ ਦੇ ਮਾਮਲੇ 'ਚ, ਸਾਡੀ ਸਰਕਾਰ ਬੜੀ ਸੁਹਿਰਦ ਹੈ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ 3 ਮਹੀਨੇ ਬਾਅਦ ਇਹ ਡਿਬੇਟ ਦੁਬਾਰਾ ਵੀ ਰੱਖ ਲਿਓ, ਔਰ ਆਪਾਂ ਪਤਾ ਵੀ ਲੱਗ ਜੂਗਾ ਕਿ ਕਿੰਨਾ ਬਦਲਾਵ ਔਰ ਕਿੰਨੀ ਜ਼ਿਆਦਾ, ਭਾਵੇਂ ਕਾਰਵਾਈ ਅਸੀਂ ਕਰ ਰਹੇ ਹਾਂ
ਲੇਕਿਨ ਜਿਹੜਾ ਨਸ਼ੇ ਦਾ ਲੱਕ ਟੁੱਟਣਾ ਹੈ ਸਾਰੇ ਪੰਜਾਬ ਦੇ ਸਾਹਮਣੇ ਅਸੀਂ ਦੱਸਾਂਗੇ ਕਿ ਅਗਲੇ ਉਹਨਾਂ ਨੇ 26 ਜਨਵਰੀ ਵੀ ਕਹਿਤਾ ਮੁੱਖ ਮੰਤਰੀ ਜੀ ਨੇ, ਅਸੀਂ ਤਾਂ ਸਾਲ ਦਾ ਟਾਈਮ ਵੀ ਨਹੀਂ ਮੰਗਿਆ, ਅਸੀਂ ਕੋਈ ਇਹਨੂੰ ਕਿਸੇ ਇਲੈਕਸ਼ਨ ਨਾਲ ਜੋੜ ਕੇ ਨਹੀਂ ਕਹਿ ਰਹੇ, ਅਸੀਂ ਇਮਾਨਦਾਰੀ ਨਾਲ ਕਹਿ ਰਹੇ। ਥੋੜਾ ਇਹ ਚੀਜ਼ਾਂ ਭਾਗ ਚੱਲ ਰਿਹਾ ਹੈ। ਰਾਮੂ ਵਾਲੀਆ ਜੀ, ਬੱਬੀ ਬਾਲ ਨੇ ਜਿਹੜੇ ਹੈਗੇ ਆਪਣੀ ਪਾਰਟੀ ਵੱਲੋਂ ਜਾਂ ਆਪਣੀ ਸਰਕਾਰ ਵੱਲੋਂ ਜੋ ਕੁਝ ਕੀਤਾ ਜਾਣਾ ਉਸ ਬਾਰੇ ਕਹਿ ਦਿੱਤਾ ਹੈ ਤੇ ਇਸ ਦੇ ਨਾਲ ਉਹ ਕਹਿੰਦੇ ਵੀ ਸਾਨੂੰ ਸਹਿਯੋਗ ਦਿਓ। ਭਾਰਤੀ ਜਨਤਾ ਪਾਰਟੀ ਜਿਹਦੀ ਕਿ ਕੇਂਦਰ ਦੇ ਵਿੱਚ ਸਰਕਾਰ ਹੈ ਉਹ ਕਿੰਨਾ ਕੁ ਸਹਿਯੋਗ ਦੇਣ ਵਾਸਤੇ ਤਿਆਰ ਹੈ? ਦੇਖੋ ਵੀਰ ਜੀ, ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਸਹਿਯੋਗ ਦੇਣ ਲਈ ਪੂਰਾ ਤਿਆਰ ਆ, ਔਰ ਜਦੋਂ ਪੰਜਾਬ ਕੇਂਦਰ ਤੋਂ ਕੁਝ ਮੰਗਦਾ ਉਹਨੂੰ ਤੁਰੰਤ ਸਪਲਾਈ ਕੀਤਾ ਜਾਂਦਾ, ਚਾਹੇ ਉਹ ਪੈਸੇ ਹੋਣ ਚਾਹੇ ਉਹ ਮਦਦ ਹੋਵੇ ਕਿਸੇ ਤਰ੍ਹਾਂ ਦੀ ਵੀ। ਐਸੀ ਕੋਈ ਗੱਲ ਨਹੀਂ। ਇਹਦਾ ਇੱਕ ਅਸੀਂ ਬੱਬੀ ਬਾਦਲ ਜੀ ਨੇ ਹੁਣੇ ਕਿਹਾ ਕਿ ਸਿਆਸਤ ਨਾ ਕਰਨ ਤੇ ਨਸ਼ੇ ਤੇ ਸਿਆਸਤ ਨਾ ਕਰਨ, ਸਿਆਸਤ ਹੀ ਕਰ ਰਹੇ ਆਪ। ਇਹ ਸ਼ਰਾਬ ਨੂੰ ਵੀ ਨਸ਼ਾ ਨਹੀਂ ਸਮਝਦੇ, ਸ਼ਰਾਬ ਦੇ ਠੇਕੇ ਖੋਲੇ ਵੱਧ ਔਰ ਪਾਊਚਸ ਕਰਤੀ 1 ਬਾय 1 गेट 1 फ्री ਪਾਊਚਸ ਦੇ ਵਿੱਚ ਸਪਲਾਈ ਕਰ ਰਹੇ ਆ। ਔਰ ਇਹ ਸਭ ਸਿਆਸਤ ਹੈ, ਇਹ ਖੁਦ ਹੀ ਕਰਦੇ ਆ। ਔਰ ਜਿੰਨੇ ਇਹਨਾਂ ਨੇ ਅੰਕੜੇ ਦਿੱਤੇ ਆ ਕਿ 1859 ਕਿੰਨੇ ਔਰਤਾਂ ਵਾਸਤੇ ਵੀ ਖੋਲਦੇ ਠੇਕੇ ਜੀ, ਨਸ਼ਾ ਔਰਤਾਂ ਵਾਸਤੇ, ਔਰਤਾਂ ਵਾਸਤੇ ਵੀ ਖੋਲते हैं, ਵਿਮਨ ਫ੍ਰੈਂਡਲੀ। ਹਾਂ, ਜਦੋਂ ਅਸੀਂ ਸ਼ਰਾਬ ਨੂੰ ਨਸ਼ਾ ਨਹੀਂ ਸਮਝਦੇ, ਮੈਂ ਇੱਕ ਗੱਲ ਸਮਝਾਵਾਂ ਆਦਮੀ ਪਾਰਟੀ ਨੂੰ ਕਿ ਨਸ਼ਾ ਇੱਕ ਸਟੂਡੈਂਟ ਚੌੜ ਚ ਸ਼ੁਰੂ ਕਰਦਾ ਕਿ 4 ਬੰਦੇ ਜਿਨ੍ਹਾਂ ਨੇ ਜੂਸ ਦੀ ਬੋਤਲ ਪੀਣੀ ਆ ਉਹਨਾਂ ਨੂੰ ਹੱਥ 'ਚ ਤੁਸੀਂ ਟੈਟਰਾ ਪੈਕ ਫੜਾ ਦੋਗੇ, 30 ਰੁਪਏ ਦਾ ਵੀ ਨਸ਼ਾ ਕਰ ਲਓ ਤੇ ਉਹ ਨਸ਼ਾ ਕਰਨਗੇ ਤੇ ਮੁੜ ਕੇ ਚਿੱਟੇ ਤੱਕ ਕਿਉਂ ਨਹੀਂ ਪਹੁੰਚਣਗੇ। ਇਹ ਇੱਕ ਚੌੜ ਚ ਬੰਦਾ ਆਪਦੀ ਹੈਬਿਟ ਬਣਾਉਂਦਾ ਤੇ ਬੜੇ ਭਿਆਨਕ ਨਤੀਜੇ ਨਿਕਲਦੇ ਆ। ਪਰ ਜਿਹੜੇ ਇਹਨਾਂ ਦੇ ਅੰਕੜੇ ਸੀਗੇ, ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦੀ ਆ ਕਿ ਉਹ ਨਸ਼ਾ ਸਪਲਾਇਰ ਨਹੀਂ ਹੈ, ਇਹ ਸਰਕਾਰ ਝੂਠ ਬੋਲ ਰਹੀ ਆ, ਉਹ ਨਸ਼ਾ ਖੁਦ ਕਰਨ ਵਾਲੇ ਲੋਕ ਆ ਜੋ। ਔਰ ਇੱਕ ਗੱਲ ਹੋਰ ਮੈਂ ਪੁੱਛਦੀ ਆ ਕਿ ਇਹ ਕਹਿੰਦੇ ਅਸੀਂ ਨਸ਼ਾ ਛਿੜਾਊ ਕੇਂਦਰ ਖੋਲੇ ਆ, ਮੈਨੂੰ ਦੱਸ ਦੇਣ ਕਿ ਕਿੰਨੇ ਡਬਲ ਹੋ ਗਏ, ਕੁਆਂਟੀਟੀ 'ਚ ਦੱਸ ਦੇਣ। ਇੱਕ ਥੋੜੇ ਕੱਲ ਕੇ ਪਰਸੋਂ 15 ਅਗਸਤ ਨੂੰ ਮੁੱਖ ਮੰਤਰੀ ਜੀ ਨੇ ਇੱਕ ਬਿਆਨ ਦਿੱਤਾ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਸਾਡੇ ਤੇ ਜੈਲਸੀ ਕਰਕੇ ਕਿਰਲੀ ਵਾਂਗੂ ਤੜਫ ਰਹੀਆਂ। ਮੈਂ ਇਹਨਾਂ ਨੂੰ ਦੱਸ ਦਵਾਂ ਕਿ ਕਿਰਲੀ ਵਾਂਗੂ ਪੰਜਾਬ ਤੜਫ ਰਿਹਾ, ਪੰਜਾਬ ਦੀਆਂ ਮਾਵਾਂ ਤੜਫ ਰਹੀਆਂ, ਨਸ਼ੇ ਦੇ ਵਿੱਚ ਜੋ ਬੱਚੇ ਮਰ ਜਾਂਦੇ ਆ ਉਹਨਾਂ ਦਾ ਧਿਆਨ ਕਰੋ, ਸਿਆਸਤ ਨਾ ਕਰੋ, ਡਾਇਲੌਗ ਨਾ ਬੋਲੋ, ਪ੍ਰੋਪਰ ਕੰਮ ਕਰੋ। ਠੀਕ ਹੈ ਮੈਡਮ, ਹੁਣ ਆਪਾਂ ਕਾਂਗਰਸ ਕੋਲ ਜਾਈਏ, ਤੁਹਾਡੇ ਕੋਲ ਫੇਰ ਆ ਜਾਂਦੇ ਹਾਂ। ਇੱਕ ਮਿੰਟ, ਭਾਰਤੀ ਜੀ, ਜਿਹੜੀ ਇਸ ਸਮੇਂ ਜਿਹੜੀ ਕਾਂਗਰਸ ਸਰਕਾਰ, ਜਿਹੜੀ ਕਾਂਗਰਸ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ, ਕਿਉਂਕਿ ਤੁਹਾਡਾ ਕੇਂਦਰ ਦੇ ਵਿੱਚ ਵੀ ਜਾਂ ਆਪਾਂ ਜਿਹੜਾ ਹੈ ਇੰਡੀਆ ਨਾਮ ਦਾ ਗੱਠਜੋੜ ਚੱਲ ਰਿਹਾ ਤੇ ਪੰਜਾਬ ਦੇ ਖਾਸ ਤੌਰ ਤੇ ਅਸੀਂ ਜੇਕਰ ਸਿਆਸਤ ਨਾ ਕਰੀਏ ਤਾਂ ਇਸ ਗੱਲ ਦੀ ਬਹੁਤ ਲੋੜ ਹੈ ਕਿ ਰਲ ਕੇ ਚੱਲਣ ਪਾਰਟੀਆਂ ਇਸ ਨਸ਼ੇ ਦੇ ਖਿਲਾਫ। ਤੁਸੀਂ ਪਹਿਲਾਂ ਵੀ ਕਿਹਾ ਅਸੀਂ ਸਹਿਯੋਗ ਕਰਨ ਵਾਸਤੇ ਤਿਆਰ ਆ, ਅਸੀਂ ਸਵਾਗਤ ਕਰਦੇ ਹਾਂ, ਤੇ ਹੋਰ ਕੀ ਕੁਝ ਕਦਮ ਚੁੱਕੇ ਜਾਣੇ ਚਾਹੀਦੇ ਆ ਜਿਹਦੇ ਨਾਲ ਕਿ ਇਹ ਨਸ਼ਾ ਰੋਕਿਆ ਜਾ ਸਕੇ? ਦੇਖੋ, ਇਹ ਜੋ ਵੀ ਕਦਮ ਚੱਕੇ ਜਾਣ ਉਹ ਰਿਜ਼ਲਟ ਓਰੀਐਂਟਡ ਸਟੈਪਸ ਹੋਣੇ ਚਾਹੀਦੇ ਆ, ਸਿਰਫ ਸਿਆਸੀ ਗੱਲਾਂ ਤੇ ਸਿਆਸੀ ਬਿਆਨ ਨਾ ਹੋਣ। ਹੁਣੇ ਹੀ ਬੱਬੀ ਬਾਦਲ ਜੀ ਨੇ ਕਿਹਾ ਸੀ ਵੀ ਅਸੀਂ ਡਰੱਗ ਐਡਿਕਸ਼ਨ ਜਿਹੜੇ ਹੈ ਉਹ ਸੈਂਟਰ ਉਹਨਾਂ ਵਾਸਤੇ ਖੋਲ ਰਹੇ ਆ, ਡਰੱਗ ਐਡਿਕਟਸ ਵਾਸਤੇ, ਤਾਂ ਕਿ ਉਹਨਾਂ ਦਾ ਨਸ਼ਾ ਛੁਡਾਇਆ ਜਾਵੇ। 2,62,000 ਗਵਰਨਮੈਂਟ ਸੈਂਟਰ ਸੀਗੇ ਔਰ 6,12,000 ਪ੍ਰਾਈਵੇਟ ਸੈਂਟਰ ਸੀਗੇ। ਉਹਦੇ ਚ ਸਕਸੈਸਫੁਲ ਰੇਟ ਜਿਹੜਾ ਉਸ ਗਵਰਨਮੈਂਟ ਸੈਂਟਰ ਦਾ 1.5% ਹੈ ਔਰ ਪ੍ਰਾਈਵੇਟ ਸੈਂਟਰ ਦਾ 0.4% ਹੈ। ਇਸ ਗੱਲ ਨੂੰ ਸੀਰੀਅਸਲੀ ਲੈਣ ਦੀ ਜ਼ਰੂਰਤ ਹੈ। ਔਰ ਜਿਹੜੇ ਪ੍ਰਾਈਵੇਟ ਸੈਂਟਰਸ ਹੈ ਦੇ ਆਰ ਮੇਕਿੰਗ ਮਨੀ, ਦੇ ਆਰ ਡੂਇੰਗ ਨਥਿੰਗ, ਉਹ ਕੁਝ ਨਹੀਂ ਕਰ ਰਹੇ। ਇਸ ਲਈ ਜਿਹੜਾ ਸਰਕਾਰ ਨੂੰ ਆਪਣੇ ਸੈਂਟਰ ਵਧਾਉਣੇ ਚਾਹੀਦੇ ਹੈ, ਸਟਾਫ ਵਧਾਉਣਾ ਚਾਹੀਦਾ ਤਾਂ ਕਿ ਨੌਜਵਾਨੀ ਜਿਹੜੀ ਹੈ ਉਹ ਬਚਾਈ ਜਾ ਸਕੇ ਪੰਜਾਬ ਦੀ, ਔਰ ਰਿਜ਼ਲਟ ਓਰੀਐਂਟਡ ਸੈਂਟਰਸ ਹੋਣ। ਪੰਜਾਬ ਇਸ ਵਕਤ ਸੈਕੰਡ ਹੈ ਓਪੀਡ ਔਰ ਕੈਨਬਿਸ ਵਰਗੇ ਨਸ਼ਿਆਂ ਦੇ ਵਿੱਚ, ਤੇ ਇਹਦੇ ਲਈ
ਜਿਹੜੇ ਇਹਨਾਂ ਨੇ ਗੱਲ ਕੀਤੀ ਸੀ ਕਿ ਮੈਂ ਉਹ ਜਿਹੜੇ ਫਿਗਰ ਦਿੱਤੀਆਂ ਉਹ NCRP ਦੀਆਂ ਰਿਪੋਰਟ ਸੀਗੀਆਂ, ਜਿਹੜੀਆਂ ਫਿਗਰਸ ਮੈਂ ਇੱਥੇ ਛਾਇਆ ਕੀਤੀਆਂ। ਉਸ ਤੋਂ ਬਾਅਦ ਜਿਹੜੀ ਸੰਸਦੀय ਸੰਮਤੀ ਦੀ ਰਿਪੋਰਟ ਆਈ, ਉਹਦੇ ਚ ਉਹਨਾਂ ਨੇ ਬੜੀ ਅਲਾਰਮਿੰਗ ਨੰਬਰ ਆਫ ਡਰਗ ਐਡਿਕਟਸ ਦਿੱਤੇ। ਉਹਨਾਂ ਨੇ ਕਿਹਾ ਜੀ 66 ਲੱਖ ਲੋਕ ਪੰਜਾਬ 'ਚ ਨਸ਼ੇ ਦੇ ਆਦੀ ਹੈ। ਔਰ ਸੈਂਟਰ ਵੀ ਜਿਹੜੀ ਉਹ ਰਿਪੋਰਟ ਹੈ, ਪਾਰਲੀਮੈਂਟਰੀ ਰਿਪੋਰਟ ਹੈ ਜਿਹੜੀ, ਉਹਨਾਂ ਨੇ ਇਸ ਗੱਲ ਲਈ ਬੜੀ ਚਿੰਤਾ ਦਾ ਇਜ਼ਹਾਰ ਕੀਤਾ ਕਿ 3 ਲੱਖ ਆਬਾਦੀ ਵਾਲਾ ਛੋਟਾ ਜੀ ਸਟੇਟ ਤੇ ਯੂਪੀ ਔਰ ਮਹਾਰਾਸ਼ਟਰ ਤੋਂ ਬਾਅਦ ਤੀਜੇ ਨੰਬਰ ਤੇ ਆਈ ਹੈ। ਔਰ ਇਸ ਲਈ ਠੀਕ ਹੈ ਭਾਰਤੀ ਜੀ, ਗੱਲ ਇਹ ਹੈ ਕਿ ਬੱਬੀ ਬਾਦਲ ਸਾਹਿਬ ਇਸ ਗੱਲ ਨੂੰ ਨੋਟ ਕਰ ਲਓ। ਇਹ ਗੱਲ ਹਕੀਕਤ ਹੈ ਕਿ ਜਿਹੜੇ ਵੋਟ ਕੇਂਦਰ ਖੋਲੇ ਜਾ ਰਹੇ ਨੇ ਉਹਦੀ ਜਿਹੜੀ ਸਫਲਤਾ ਹੈ ਬਹੁਤ ਘੱਟ ਹੈ, 1.5% ਦੇ ਕਰੀਬ ਹੈ। ਤੇ ਇਸ ਗੱਲ ਕਰਕੇ ਉਹਦੇ ਵੱਲ ਜਿਹੜਾ ਸਰਕਾਰ ਨੂੰ ਵੱਧ ਧਿਆਨ ਦੇਣਾ ਚਾਹੀਦਾ। ਬੀਬੀ ਸੋਹਲ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਕਹੀ ਕਿ ਸਰਕਾਰ ਜਿਹੜੀ ਹੈਗੀ ਆ ਵੱਡੇ ਵੱਡੇ ਇਸ਼ਤਿਹਾਰ ਦੇ ਰਹੀ ਆ ਪਰ ਖੇਡਾਂ ਵਿੱਚ ਕੁਝ ਨਹੀਂ ਹੋ ਰਿਹਾ ਹੈਗਾ, ਉਹਦਾ ਸਪਸ਼ਟੀਕਰਨ ਦਿਓ ਜਰਾ। ਜੀ ਦਰਸ਼ਕ ਜੀ, ਹੁਣੇ ਮੇਰੇ ਵੀਰ ਨੇ ਕਿਹਾ ਕਿ ਉਸਦੀ ਡਿਟੇਲ ਦੇ ਦਿਓ ਤਰੁਣ ਸ਼ਰਮਾ ਦੇ, ਪਰ ਮੈਂ ਤਾਂ ਸਮਝਾਂਗੀ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਮੇਰੇ ਭਰਾ ਨੂੰ ਵੀ ਨਹੀਂ ਪਤਾ ਕਿ 10 ਵਾਰੀ 골ਡ ਮੈਡਲ ਜਿੱਤ ਕੇ ਪੈਰਾ ਕਰਾਟੇ ਦਾ ਜਿਹੜਾ ਚੈਂਪੀਅਨ ਹੋਵੇ ਬੱਚਾ, ਉਹ ਸਾਡੇ ਇੱਧਰ ਆਇਆ ਹੋਵੇ ਤਾਂ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਹੀ ਨਹੀਂ ਹੈ। ਇਹਨਾਂ ਦੀ ਇਨਫੋਰਮੇਸ਼ਨ ਲਈ ਦੱਸ ਦਵਾਂ ਕਿ ਤੁਸੀਂ ਆਪ ਦੇ ਸਪੋਰਟਸ ਮੰਤਰੀ ਮੀਤ ਹੇਅਰ ਨਾਲ ਗੱਲ ਕਰਿਓ। ਮੀਤ ਹੇਅਰ ਜੀ ਨੂੰ ਪੂਰੀ ਨੌਲੇਜ ਹੈ ਇਸ ਕੇਸ ਬਾਰੇ, ਔਰ ਈਵਨ ਕਿ ਰਿਵਰਟ ਬੈਕ ਕੀ ਆ ਰਿਹਾ ਉਸ ਬੱਚੇ ਨੂੰ, ਉਸ ਖਿਡਾਰੀ ਨੂੰ, ਕਿ ਤੁਹਾਨੂੰ ਤਰਸ ਦੇ ਆਧਾਰ ਤੇ ਕੋਈ ਨੌਕਰੀ ਨਹੀਂ ਮਿਲ ਸਕਦੀ। ਕਿ ਭਾਈ ਮੈਂ ਪੁੱਛਣਾ ਚਾਹੁੰਦੀ, ਤਰਸ ਦੇ ਆਧਾਰ ਤੇ ਕਿਉਂ? ਉਸਦਾ ਹੱਕ ਬਣਦਾ। ਉਸਨੇ ਪੰਜਾਬ ਦੇ ਲਈ 10 ਵਾਰੀ 골ਡ ਮੈਡਲ ਜਿੱਤ ਕੇ ਲਿਆਇਆ ਹੈ। ਉਸ ਬੱਚੇ ਦੇ ਘਰ ਦੀ ਸਿਚੁਏਸ਼ਨ ਇਦਾਂ ਹੈ ਕਿ ਉਸਨੇ ਅੱਜ ਸਬਜ਼ੀ ਦੀ ਰੇੜੀ ਲਗਾਈ ਹੈ। 6 ਸਾਲ ਦੀ ਉਮਰ ਤੋਂ ਲੈ ਕੇ ਉਸਨੇ ਹੁਣ ਤੱਕ ਆਪਣੀ ਸਾਰੀ ਜਿਹੜੀ ਲਾਈਫ ਹੈ ਉਹ ਕੰਟਰੀਬਿਊਟ ਕੀਤੀ ਖੇਡਾਂ ਦੇ ਵਿੱਚ। ਔਰ ਅੱਜ ਤੁਹਾਡੇ ਮੰਤਰੀ ਕਹਿ ਦੇਣ ਜੀ ਤਰਸ ਦੇ ਆਧਾਰ ਤੇ ਨਹੀਂ, ਤੁਸੀਂ ਤਰਸ ਦੇ ਆਧਾਰ ਤੇ ਨੌਕਰੀਆਂ ਦੇਣੀਆਂ ਤੇ ਆਪ ਦੇ MLA ਦੇ ਬੱਚਿਆਂ ਨੂੰ ਦਵੋ, ਤੁਸੀਂ ਆਪਣੇ ਸਿਫਾਰਸ਼ੀ ਬੰਦਿਆਂ ਨੂੰ ਦਵੋ। ਸਾਡੇ ਯੁਵਾ ਵਰਗ ਨੂੰ ਇਸ ਤਰੀਕੇ ਨਾਲ ਡੀਮੋਟੀਵੇਟ ਨਹੀਂ ਕਰ ਸਕਦੇ। ਟੀਵੀ ਤੇ ਬੈਠ ਕੇ ਤੁਸੀਂ ਵੱਡੇ ਵੱਡੇ ਆંકੜੇ ਗਿਣਾ ਕੇ ਸੱਚੇ ਨਹੀਂ ਹੋ ਸਕਦੇ। ਆંકੜਿਆਂ ਦੇ ਵਿੱਚ ਤੁਸੀਂ ਪ੍ਰੂਫ ਕਰੋ ਕਿ ਪੰਜਾਬ ਦੇ ਵਿੱਚ ਕਿੱਥੇ ਨਸ਼ਾ ਤੁਹਾਡਾ ਖਤਮ ਹੋਇਆ। ਤੁਸੀਂ ਤਾਂ ਗੱਲਾਂ ਕਰੀ ਜਾਂਦੇ ਹੋ, ਸਿਰਫ ਆંકੜੇ ਇੰਨੇ ਗਿਨਾਤੇ, ਇੰਨੀਆਂ ਅਸੀਂ ਵੱਡੀਆਂ ਮੱਛਲੀਆਂ ਫੜ ਲਈਆਂ, ਇੰਨੀਆਂ ਛੋਟੀਆਂ ਫੜ ਲਈਆਂ, ਕਿੱਥੇ ਕਾਰਵਾਈ ਕੀਤੀ ਹੈ? ਜੀਵਨ ਜੋਤ ਦੀ ਕਨਸਟੀਟੈਂਸੀ ਤੋਂ ਮੈਂ ਤੁਹਾਡੀ MLA ਦੀ, ਉਹਨੂੰ ਕਹੋ ਕਿ ਸਰਵੇ ਕਰਕੇ ਦੱਸ ਦੇਣ ਜਾਂ ਮੇਰੇ ਨਾਲ ਡਿਬੇਟ 'ਚ ਬੈਠ ਜਾਣ ਤੁਹਾਡੀ MLA, ਔਰ ਮੈਨੂੰ ਦੱਸੇ ਕਿ ਉਸਦੇ ਹਲਕੇ ਦਾ ਕੀ ਹਾਲਾਤ ਬਣੇ ਹੋਏ ਨੇ। ਸਾਡੇ ਇੱਥੇ ਰੋਜ਼ ਦੇ 4-4 5-5 ਬੱਚੇ ਜਿਹੜੇ ਆ ਓਵਰਡੋਜ਼ ਨਾਲ ਮਰ ਰਹੇ ਨੇ। ਮਤਲਬ ਮੈਂ ਕਹਿੰਦੀ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਮਤਲਬ ਦਰਸ਼ਕਾਂ ਨੂੰ ਜਾਂ ਲੋਕਾਂ ਨੂੰ ਕਿੰਨਾ ਕੁ ਗੁੰਮਰਾਹ ਕਰ ਸਕਦੇ ਹਾਂ। ਔਰ ਇਸ ਮੁੱਦੇ ਨੂੰ ਲੈ ਕੇ ਸਭ ਦੇ ਘਰਾਂ ਦੇ ਵਿੱਚ ਜਵਾਕ ਹੈਗੇ ਆ। ਥੋੜਾ ਜਿਹਾ ਤਾਂ ਰੱਬ ਤੋਂ ਡਰੋ। ਤੁਸੀਂ 3 ਕਰੋੜ ਜਨਤਾ ਨੂੰ ਜਵਾਬ ਦੇਈਓ। ਸੋ ਜੀ ਠੀਕ ਹੈ। ਇਸ ਸਮੇਂ ਜਿਹੜੇ ਹਾਲਾਤ ਇਹ ਕਾਫੀ ਗੰਭੀਰ ਬਣੇ ਹੋਏ ਨੇ। ਜਿਵੇਂ ਆਪਾਂ ਪਹਿਲਾਂ ਹੀ ਕਿਹਾ ਕਿ ਇਹ ਚਿੱਟਾ ਬਹੁਤ ਵੱਡੀ ਸਮੱਸਿਆ ਵੀ ਹੈ, ਚੁਣੌਤੀ ਵੀ ਹੈ, ਤੇ ਇਸ ਸਮੱਸਿਆ ਦੇ ਹੱਲ ਲਈ ਸਾਡੀ ਸਾਰਿਆਂ ਦੀ ਜਿਹੜੀ ਹੈਗੀ ਹੈ ਇਕਜੁੱਟਤਾ ਬਹੁਤ ਜ਼ਰੂਰੀ ਹੈ। ਬਰਾੜ ਸਾਹਿਬ, ਇਸ ਸਮੱਸਿਆ ਦੇ ਹੱਲ ਵਾਸਤੇ ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਦਰਸ਼ਕ ਜੀ, ਗੱਲ ਇਹ ਆ ਵੀ ਜਿਹੜਾ ਚਿੱਟਾ ਤੇ ਦੂਜੇ ਨਸ਼ਿਆਂ 'ਚ ਬਹੁਤ ਡਿਫਰੈਂਟ ਆ। ਚਿੱਟਾ ਜਿਹੜਾ ਹੈਗਾ ਮਿਥਾਈਲ ਐਂਫੀਟਾਮੀਨ ਅਤੇ ਐਫੀਡਰੀਨ ਤੇ LSD ਵਰਗੇ ਤੇ ਇਹਦੇ 'ਚ ਡਾਈਸਟਾਈਲੋਮੋਰਫਿਨ ਵਰਗੇ ਖਤਰਨਾਕ ਪਦਾਰਥਾਂ ਜਿਨ੍ਹਾਂ ਦੀ ਓਵਰਡੋਜ਼ ਦੇ ਨਾਲ ਮਨੁੱਖ ਦੀ ਜਦੇ ਮੌਤ ਹੋ ਜਾਂਦੀ ਆ। ਔਰ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ, ਇਹ ਕੋਈ ਬਾਰਡਰ ਪਾਰ ਤੋਂ ਨਹੀਂ ਬਣ ਰਹੇ ਸਿੰਥੈਟਿਕ ਨਸ਼ਾ ਹੈ ਚਿੱਟਾ। ਇਹ ਤੁਹਾਡੇ ਨਾਲ ਹੀ ਜਿਹੜੀ ਖੂਬਸੂਰਤ ਪਹਾੜਾਂ ਦੀ ਜਿਹੜੀ ਭੂਮੀ ਕਹੀ ਜਾਂਦੀ ਆ, ਹਿਮਾਚਲ ਪ੍ਰਦੇਸ਼ ਤੋਂ ਜ਼ਿਆਦਾ ਆ ਰਿਹਾ ਹੈ ਤੇ ਉੱਥੇ ਕੰਟਰੋਲ ਕਰਨ ਦੀ ਲੋੜ ਆ। ਜਿਹੜਾ ਬਦੀ ਵਗੈਰਾ ਤੇ ਊਨਾ ਇਹਨਾਂ ਦਾ ਗਾੜਾ ਤੇ ਦਿੱਲੀ ਵਾਲੀ ਸਾਈਡ ਤੋਂ ਨਹੀਂ ਆਉਂਦਾ। ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਬੱਬੀ ਬਾਦਲ ਦੀ ਗੱਲ ਨਾਲ ਮੈਂ ਸਹਿਮਤ ਹਾਂ। ਪਿੱਛੇ ਜੀ ਜਿਹੜਾ ਕੇਰਲਾ ਦੇ ਵਿੱਚ 25,000 ਕਰੋੜ ਦੀ ਮਿਥਾਈਲ ਐਂਫੀਟਾਮਾਈਨ ਫੜੀ ਗਈ ਸੀਗੀ ਤੇ ਇਸੇ ਤਰ੍ਹਾਂ ਅਦਾਨੀ ਦੀ ਬੰਦਰਗਾਹ ਤੇ 3,000 ਕਰੋੜ ਦੀ ਜਿਹੜੀ ਹੈਰੋਇਨ ਫੜੀ ਗਈ ਸੀਗੀ, ਉਹ ਕਿੱਧਰ ਸਪਲਾਈ ਹੋਣੀ ਆ? ਇਹ ਗੱਲ ਬਿਲਕੁਲ ਸਹੀ ਆ। ਔਰ ਮੈਂ ਇੱਕ ਗੱਲ ਬਿਲਕੁਲ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਦੋਂ ਤੱਕ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਪੁਲਿਸ ਅਫਸਰਾਂ ਨੂੰ ਉਹਨਾਂ ਦੀ ਅਸਲੀ ਔਕਾਤ ਨਹੀਂ ਦਿਖਾਈ ਜਾਂਦੀ, ਜਿਨ੍ਹਾਂ ਦੇ ਨਾਂ ਬਕਾਇਦਾ ਲਿਸਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਆ ਚੁੱਕੇ ਆ, ਜਦ ਤੱਕ ਕੁਝ ਨਹੀਂ ਹੋਣ ਵਾਲਾ। ਭਗਵੰਤ ਸਿੰਘ ਮਾਨ ਬਿਲਕੁਲ ਮੈਂ ਮੰਨਦਾ ਵੀ ਉਹ ਸੁਹਿਰਦ ਹੋਣਗੇ, ਪਰ ਉਹਨਾਂ ਦੀ ਸੁਹਿਰਦਤਾ ਇਸ ਤਾਕਤ ਤੇ ਖੜੀ ਆ ਵੀ ਉਹ ਪੁਲਿਸ ਅਫਸਰ ਅੰਦਰ ਜਾਂਦੇ ਆ ਜਾਂ ਨਹੀਂ ਜਾਂਦੇ, ਉਹਨਾਂ ਨੂੰ ਸਜ਼ਾ ਮਿਲਦੀ ਹੈ ਨਹੀਂ ਮਿਲਦੀ। ਇੰਦਰਜੀਤ ਨੇ ਜੋ ਕਿਹਾ ਸੀਗਾ ਉਹਨਾਂ ਤੇ ਬਿਆਨਾਂ ਤੇ ਉਹਦੇ ਤੇ ਐਕਸ਼ਨ ਲੈਣ ਦੀ ਲੋੜ ਆ।
ਤੇ ਇਹ ਗੱਲ ਵੀ ਠੀਕ ਆ ਬੀਬੀ ਜਿਹੜੇ ਅੰਮ੍ਰਿਤਸਰ ਤੋਂ ਅਕਾਲੀ ਦਲ ਵਾਲੇ ਮਕਬੂਲਪੁਰਾ ਬਿਲਕੁਲ ਗੜ ਬਣ ਚੁੱਕਿਆ ਅੰਮ੍ਰਿਤਸਰ ਦੇ ਵਿੱਚ ਮਕਬੂਲਪੁਰਾ ਨਾਮ ਦਾ ਇੱਕ ਸਥਾਨ ਆ ਇਹਨਾਂ ਨੂੰ ਪਤਾ ਹੋਊਗਾ ਤੇ ਇਸ ਤਰ੍ਹਾਂ ਦੇ ਬਹੁਤ ਆ ਪਰ ਇਹ ਜਿਹੜੀਆਂ ਨਾ ਮੈਂ ਇੱਕ ਗੱਲ ਦੱਸਦਾ ਇਹਦੇ ਚ ਸਾਰੇ ਹੀ ਗੱਲ ਜਿੰਨੀਆਂ ਵੀ ਪਾਰਟੀਆਂ ਜਿੰਨੀਆਂ ਵੀ ਇਹ ਕੋਈ ਵੀ ਦੁੱਧ ਧੋਤੀਆਂ ਨਹੀਂ ਹੈਗੀਆਂ ਮੈਂ ਬੱਬੀ ਬਾਦਲ ਜੀ ਨੂੰ ਗੱਲ ਕਹਿਣਾ ਚਾਹੁੰਦਾ ਉਹਨਾਂ ਦੀ ਗੱਲ 'ਚ ਵਜਣਾ ਕਿਉਂਕਿ ਉਹ ਕਹਿੰਦੇ ਵੀ ਮੈਨੂੰ ਇਸ ਗੱਲ ਤੋਂ ਮੰਨਣ 'ਚ ਕੋਈ ਹਰਜ ਨਹੀਂ ਮੈਂ ਉਹਨਾਂ ਨੂੰ ਕਹੂੰਗਾ ਵੀ ਜਿਹੜੇ ਨੌਜਵਾਨ ਨਿਰਪੱਖ ਹੋ ਕੇ ਇਸ ਕੰਮ ਲਈ ਤੁਰੇ ਹੋਏ ਆ ਜਿਨ੍ਹਾਂ ਦੀਆਂ ਟੀਮਾਂ ਤੁਰੀਆਂ ਹੋਈਆਂ ਪਿੰਡ ਪਿੰਡ ਜਾ ਰਹੀਆਂ ਉਹਨਾਂ ਨੂੰ ਸਹਿਯੋਗ ਦੇਣ ਦੀ ਲੋੜ ਆ ਉੱਥੇ ਪੁਲਿਸ ਨੂੰ ਕਹੋ ਵੀ ਇਹਨਾਂ ਨੂੰ ਸਹਿਯੋਗ ਦਿਓ ਠੀਕ ਹੈ ਬਰਾੜ ਸਾਹਿਬ ਇਹਨਾਂ ਨੇ ਲਿਆ ਸੀ ਇਹਨਾਂ ਨੂੰ ਸਹਿਯੋਗ ਦੇਣ ਦੀ ਲੋੜ ਅਸਲ ਦੇ ਵਿੱਚ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਦਾਅਵਾ ਕੀਤਾ ਮੁੱਖ ਮੰਤਰੀ ਵੱਲੋਂ ਉਹ ਤਾਂ ਹੀ ਸਿਰੇ ਚੜ ਸਕਦਾ ਹੈ ਕਿ ਜੇਕਰ ਸਾਰੇ ਪਾਸੇ ਮਤਲਬ ਇੱਕ ਪਾਸੇ ਦੀ ਗੱਲ ਨਹੀਂ ਹੈਗੀ ਸਮੁੱਚੇ ਤੌਰ ਤੇ ਇਸ ਜਿਹੜੀ ਚੁਣੌਤੀ ਹੈ ਇਹ ਸਮੱਸਿਆ ਉਹਦੇ ਨਾਲ ਲੜਨ ਦੀ ਲੋੜ ਹੈ ਤੇ ਇਸ ਸੰਬੰਧ ਵਿੱਚ ਅਸੀਂ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਨੇ ਜੋ ਵਾਅਦਾ ਕੀਤਾ ਉਹ ਵੀ 15 ਅਗਸਤ ਵਾਲੇ ਦਿਨ ਉਸ ਵਾਅਦੇ ਤੇ ਇਹ ਸਰਕਾਰ ਪੂਰੀ ਉਤਰੇਗੀ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਆਸ ਵੱਜਦੀ ਹੈ ਕਿ ਇਸ ਚਿੱਟੇ ਤੋਂ ਸਾਨੂੰ ਨਿਜਾਤ ਮਿਲੇਗੀ ਸਾਡੇ ਪੁੱਤ ਬਚ ਸਕਣਗੇ। ਬਰਾੜ ਸਾਹਿਬ ਸੋਹਲ ਜੀ ਭਾਰਤੀ ਜੀ ਰਾਮੂ ਵਾਲੀਆ ਜੀ ਤੇ ਬੱਬੀ ਬਾਦਲ ਜੀ ਤੁਸੀਂ ਇਸ ਚੈਨਲ ਦੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇਖਿਆ ਸਾਡੀ ਟੀਮ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਪੇਸ਼ ਕੀਤਾ ਤੇ ਕੱਲ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ। ਚਰਚਾ